ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸੁਖ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਜਿਸ ਨਰ ਕੇ ਬੜ ਭਾਗ ਜਗ, ਇਹ ਮਾਨਹਿ ਉਪਦੇਸ਼। ਮਮ ਪਦ ਕੋ ਪ੍ਰਾਪਤ ਭਲੇ, ਤਿਆਗਹਿ ਸਕਲ ਕਲੇਸ਼। ਜਿਸ ਨਰ ਕੇ ਬੜ ਭਾਗ ਜਗ, ਇਹ ਮਾਨਹਿ ਉਪਦੇਸ਼। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ ਸੱਚੇ ਪਾਤਸ਼ਾਹ,
ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸੰਗਤਾਂ ਬੜੇ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ, ਧੰਤਾ ਤੇ ਜੋਗ ਹੋ। ਆਪ ਜੀ ਨੇ ਸਰਵਣ ਕੀਤਾ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੁੱਖ ਅਨੁਭਵ ਕਰਦੀਆਂ ਹਨ। ਮਹਾਰਾਜ ਗਰੀਬ ਨਵਾਜ ਛੇਵੇਂ ਪਾਤਸ਼ਾਹ ਸਰੀਰ ਤਿਆਗਣ ਦੀ ਤਿਆਰੀ ਕਰਦੇ ਹਨ। ਕੱਲ ਆਪ ਜੀ ਨੇ ਪ੍ਰਸੰਗ ਸੁਣਿਆ, ਗੁਰੂ ਸਾਹਿਬ ਜੀ ਦੇ ਕੋਲ ਹੀ ਬੜਾ ਵੱਡਾ ਦੀਵਾਨ ਸੱਜਿਆ ਤੇ ਸੰਗਤਾਂ ਬੈਠੀਆਂ ਨੇ ਮਹਾਰਾਜ ਦੇ ਚਰਨਾਂ 'ਚ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਭਾਨਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਹਨ। ਮਹਾਰਾਜ ਬਾਬਾ ਭਾਨਾ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੇ ਪੁੱਤਰ ਨੂੰ ਲੈ ਕੇ ਆਉਣਾ ਕੀਰਤਪੁਰ ਸਾਹਿਬ ਤੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਲ ਛੱਡ ਦੇਣਾ। ਆਪ ਤੁਸੀਂ ਰਮਦਾਸ ਪਿੰਡ ਵਿੱਚ ਚਲੇ ਜਾਣਾ, ਉੱਥੇ ਚਲੇ ਜਿਓ, ਉੱਥੇ ਤੁਹਾਡਾ ਅੰਤਮ ਸਮਾਂ ਆਏਗਾ ਤੇ ਜਦੋਂ ਤੁਹਾਡਾ ਅੰਤਮ ਸਮਾਂ ਆਵੇਗਾ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਭਾਨਾ ਜੀ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥ 'ਚ ਫੜਾਈ ਸੀਗੀ ਜੀ। ਆਖਿਆ ਸੀ ਸਤਿਗੁਰੂ ਮੇਰੀ ਨਿਭ ਗਈ, ਕਿਰਪਾ ਕਰਿਓ ਮੇਰੀ ਕੁੱਲ ਪਰਿਵਾਰ ਦੀ ਵੀ ਆਪ ਜੀ ਦੇ ਚਰਨਾਂ ਨਾਲ ਨਿਭ ਜਾਵੇ। ਸੋ ਮਹਾਰਾਜ ਨੇ ਉਹ ਬਚਨ ਪੂਰਾ ਰੱਖਿਆ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਆਪ ਸਰੀਰ ਛੱਡ ਦੇਣਾ, ਰਮਦਾਸ ਪਿੰਡ ਜਾ ਕੇ ਆਪਣੇ ਪੁੱਤਰ ਨੂੰ ਇੱਥੇ ਪਹਿਲਾਂ ਛੱਡ ਕੇ ਜਾਣਾ। ਭਾਈ ਰੂਪਾ ਜੀ ਦੇ ਨਾਲ ਜੋ ਬਚਨ ਹੋਏ ਉਹ ਵੀ ਸੁਣੇ, ਰਾਏ ਜੋਧ ਨਾਲ ਜੋ ਬਚਨ ਹੋਏ ਉਹ ਵੀ ਸੁਣੇ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਲਾਲ ਚੰਦ ਜੀ ਦੇ ਨਾਲ ਜੋ ਬਚਨ ਹੋਏ ਉਹ ਵੀ ਤੁਸੀਂ ਸੁਣੇ, ਫਿਰ ਬੀਬੀ ਵੀਰੋ ਜੀ ਨਾਲ ਬਚਨ ਹੋਏ ਉਹ ਵੀ ਤੁਸੀਂ ਸੁਣੇ, ਸਿੱਖ ਸੰਗਤਾਂ ਨਾਲ ਜਿਹੜੇ ਬਚਨ ਮਹਾਰਾਜ ਦੇ ਹੋਏ ਉਹ ਵੀ ਸੁਣੇ ਜੀ। ਸੰਗਤਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਸਾਡਾ ਕੀ ਬਣੇਗਾ। ਮਹਾਰਾਜ ਨੇ ਸੰਗਤ ਨੂੰ ਵੀ ਕਿਹਾ ਵੀ ਗੁਰੂ ਹਰਿ ਰਾਏ ਸਾਹਿਬ ਜੀ ਤੇ ਟੇਕ ਰੱਖਣੀ ਹੈ। ਮਾਤਾ ਨਾਨਕੀ ਜੀ ਦੇ ਨਾਲ ਜੋ ਬਚਨ ਹੋਏ ਉਹ ਵੀ ਤੁਸੀਂ ਸੁਣੇ। ਮਾਤਾ ਨਾਨਕੀ ਜੀ ਨੂੰ ਬਚਨ ਕੀਤਾ ਬਾਬੇ ਬਕਾਲਾ ਸਾਹਿਬ ਜਾਣ ਦਾ। ਫਿਰ ਬਾਬਾ ਸੂਰਜਮਲ ਜੀ ਦੇ ਨਾਲ ਜੋ ਬਚਨ ਹੋਏ ਆ ਉਹ ਵੀ ਕੱਲ ਤੁਸੀਂ ਸੁਣੇ ਆ। ਸੰਗਤਾਂ ਮਹਾਰਾਜ ਨੂੰ ਕਹਿਣ ਲੱਗੀਆਂ ਸੱਚੇ ਪਾਤਸ਼ਾਹ ਆਪ ਆਪਣੇ ਮੁਖ ਤੋਂ ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰ ਦਿਓ। ਮਾਰੂ ਰਾਗ ਦਾ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਸੰਗਤ ਨੂੰ ਸੁਣਾਇਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ, ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ, ਫਿਰ ਲਾਗਨਾ ਲਾਗਨ ਨੀਕਾ ਗੁਰ ਚਰਣੀ ਮਨ ਲਾਗਨਾ, ਇਹ ਬਿਦ ਤਿਸਹਿ ਪ੍ਰਾਪਤੇ ਜਾ ਕੈ ਮਸਤਕ ਭਾਗਨਾ, ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ। ਇਸ ਸ਼ਬਦ ਦੀ ਜਿੰਨੀ ਮਰਜ਼ੀ ਕਥਾ ਕਰੀ ਚੱਲੋ ਮੁੱਕਦੀ ਨਹੀਂ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਬੰਦੇ ਦੀ ਜ਼ਿੰਦਗੀ ਦੀਆਂ ਰੋਜ਼ ਦੀਆਂ ਲੋੜਾਂ ਨੇ, ਰੋਜ਼ ਦੀਆਂ ਲੋੜਾਂ ਜੀ। ਵੇਖੋ ਚਾਨਣ ਵੀ ਰੋਜ਼ ਚਾਹੀਦਾ, ਆਰਾਧਨਾ ਵੀ ਕਿਸੇ ਨਾ ਕਿਸੇ ਨੂੰ ਰੋਜ਼ ਹੁੰਦਾ, ਫਿਰ ਤਿਆਗਣਾ ਛੱਡਣਾ ਵੀ ਕੁਛ ਨਾ ਕੁਛ ਰੋਜ਼ ਪੈਂਦਾ, ਮੰਗਣਾ ਵੀ ਕੁਛ ਨਾ ਕੁਛ ਰੋਜ਼ ਪੈਂਦਾ, ਤੇ ਲੱਗਣਾ ਵੀ ਕਿਤੇ ਨਾ ਕਿਤੇ ਪੈਂਦਾ, ਤੇ ਜਾਗਣਾ ਵੀ ਪੈਂਦਾ ਹੈ ਜੀ। ਇਹ ਹੈ ਸਾਡੀਆਂ ਰੋਜ਼ ਦੀਆਂ ਲੋੜਾਂ, ਤੇ ਰੋਜ਼ ਦੀਆਂ ਲੋੜਾਂ ਨੂੰ ਮਹਾਰਾਜ ਨੇ ਕਿਵੇਂ ਦੱਸਿਆ ਕਰਨਾ, ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਜੀ। ਇੱਕੋ ਹੀ ਗੱਲ ਵਿੱਚ ਬੰਦਾ ਲੱਗ ਜਾਏ, ਇੱਕੋ ਹੀ ਗੱਲ 'ਚ ਜੀ ਉਹਦਾ ਭਲਾ ਹੋਏਗਾ। ਆਖੋ
ਵਾਹਿਗੁਰੂ। ਮਹਾਰਾਜ ਜੀ ਦੇ ਇੱਕੋ ਹੀ ਸ਼ਬਦ ਵਿੱਚ ਕੋਈ ਸਮਾਂ ਕੱਢ ਲੇ, ਇੱਕ ਸ਼ਬਦ ਦੀ ਇੱਕ ਪੰਕਤੀ ਕਮਾ ਲੇ ਨਾ, ਤਾਂ ਵੀ ਨਿਹਾਲ ਜੀ। ਹੁਣ ਇੱਕੋ ਹੀ ਗੱਲ ਬੰਦਾ ਸੁਣ ਲੇ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ। ਹਾਂਜੀ, ਅਰਾਧੋ ਵਾਹਿਗੁਰੂ ਜੀ ਦਾ ਨਾਮ ਅਰਾਧੋ ਜੀ। ਇੱਕ ਸ਼ਬਦ ਦੀ ਇੱਕੋ ਹੀ ਪੰਕਤੀ ਨਾ ਜੀ ਹੈ। ਹੁਣ ਇਹਦੇ ਤੇ ਬੰਦਾ ਡਟ ਜੇ ਜੀ, ਲੱਗ ਜਾਵੇ ਤੇ ਕਮਾਈ ਕਰੇ ਜੀ। ਚਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਹੈ, ਪਰ ਬਾਹਰ ਦੀ ਦੁਨੀਆ 'ਚ ਲੋਕ ਕਹਿੰਦੇ ਆ ਵੀ 12 ਸਾਲ ਘੱਟੋ ਘੱਟ ਕਿਸੇ ਅਵਸਥਾ ਨੂੰ ਪੱਕਣ 'ਚ ਲੱਗ ਜਾਂਦਾ ਜੀ। ਬੱਚੇ ਦੀ ਪੜ੍ਹਾਈ ਕਰਦੇ 12 ਜਮਾਤਾਂ ਹੋਣੀਆਂ ਜ਼ਰੂਰੀ ਨੇ। ਕਿਸੇ ਗੁਰਮੁਖ ਦੇ ਕੋਲ ਸਾਧ ਸੰਗਤ ਦੀ 12 ਸਾਲ ਬੰਦਾ ਰਹਿ ਲੇ, ਉਹਦਾ ਜੀਵਨ ਬਣ ਜਾਂਦਾ। ਕਹਿੰਦੇ 12 ਸਾਲੀ ਤੇ ਰੂੜੀ ਦੀ ਵੀ ਸੁਣੀ ਗਈ, ਬੰਦਾ ਤੇਰੀ ਕਿਉਂ ਨਹੀਂ ਸੁਣੀ ਜਾਏਗੀ। ਹੁਣ ਇੱਕੋ ਹੀ ਪੰਕਤੀ ਤੇ ਬੰਦਾ ਡਟ ਜੇ ਜੀ ਵੀ ਮੈਂ ਅਰਾਧਨਾ ਜੀ। 12 ਸਾਲ ਇੱਕੋ ਟਾਈਮ ਤੇ ਇੱਕੋ ਹੀ ਬਾਣੀ ਪੜ੍ਹੀ ਜਾਵੇ, ਲਓ ਜੀ ਉਹਦੇ ਜਨਮ ਤੇ ਮਰਨ ਦੋਵੇਂ ਸਫਲੇ ਹੋ ਜਾਣਗੇ ਜੀ। ਬੰਦਾ ਲੱਗੇ ਤੇ ਸਹੀ ਕਿਸੇ ਬੰਨੇ। ਬੰਦਾ ਕਹਿੰਦਾ ਮੈਂ ਲੱਗਣਾ ਵੀ ਨਹੀਂ ਕਿਸੇ ਬੰਨੇ ਤੇ ਪ੍ਰਾਪਤੀ ਵੀ ਹੋਵੇ ਨਹੀਂ। ਸੰਗਤ ਜੀ ਇਸ ਤਰ੍ਹਾਂ ਨਹੀਂ ਹੁੰਦਾ, ਲੱਗਣਾ ਪੈਂਦਾ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਇੰਨੀ ਗੱਲ ਹੀ ਬੰਦਾ ਸੁਣ ਲੇ, ਲੱਗਣਾ ਲਾਗਨ ਨੀਕਾ, ਗੁਰਚਰਣੀ ਮਨ ਲੱਗਣਾ। ਕਿ ਲੱਗਣ 'ਚ ਸਭ ਤੋਂ ਵਧੀਆ ਥਾਂ ਕਿਹੜੀ ਹੈ? ਮਨ ਗੁਰੂ ਦੇ ਚਰਨਾਂ 'ਚ ਲੱਗ ਜਾਵੇ ਜੀ। ਜਿਨ੍ਹਾਂ ਦੇ ਮਨ ਗੁਰੂ ਜੀ ਦੇ ਚਰਨਾਂ 'ਚ ਲੱਗੇ ਨਾ ਜੀ, ਬਹੁਤ ਕੁਝ ਉਹਨਾਂ ਦੇ ਨਾਲ ਹੋਇਆ ਤਾਂ ਉਹਨਾਂ ਉੱਤੇ ਅਸਰ ਹੀ ਨਹੀਂ ਹੋਇਆ ਜੀ। ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹ ਲਓ, ਸੁਣ ਲਓ। ਬਾਬਾ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ, ਆਰੇ ਦੇ ਨਾਲ ਸਰੀਰ ਕੱਟਿਆ ਜਾਣ ਦਿਆ ਤੇ ਉਹਨਾਂ ਦਾ ਮਨ ਬਾਣੀ 'ਚ ਲੱਗਾ ਜੀ। ਹਾਂਜੀ, ਮਨ ਲੱਗਾ ਬਾਣੀ ਵਿੱਚ, ਉਸ ਗੱਲ ਦਾ ਅਸਰ ਹੀ ਕੋਈ ਨਹੀਂ ਹੋਇਆ ਜੀ। ਖੈਰ ਰਹੋ ਵਿਚਾਰ, ਕਥਾ ਫਿਰ ਲੰਮੀ ਹੋ ਜਾਣੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਹਾਰਾਜ ਜੀ ਨੇ ਇਹ ਸ਼ਬਦ ਸੁਣਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਰਸਨਾ ਤੋਂ ਸਿੱਖ ਸੰਗਤਾਂ ਵਿੱਚ ਅੰਤਮ ਇਸ ਸ਼ਬਦ ਦੀ ਵਿਚਾਰ ਕੀਤੀ ਜੀ। ਗੁਰੂ ਕਿਰਪਾ ਕਰੇ ਇਹੋ ਸ਼ਬਦ ਹੀ ਜੀਵਨ ਦਾ ਅੰਗ ਬਣ ਜਾਏ ਜੀ। ਹੁਣ ਆਪਾਂ ਅੱਗੋਂ ਕਥਾ ਸੁਣੀਏ ਪਿਆਰ ਨਾਲ। ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਜਿਸ ਨਰ ਕੇ ਬੜ ਭਾਗ ਜਗ, ਇਹ ਮਾਨੈ ਉਪਦੇਸ਼। ਜਿਸ ਬੰਦੇ ਦੇ ਵੱਡੇ ਭਾਗ ਨੇ ਜੀ, ਹਾਂਜੀ ਵੱਡੇ ਭਾਗ, ਉਹ ਇਹ ਗੱਲ ਮੰਨੇਗਾ। ਗੁਰੂ ਦੀ ਗੱਲ ਮੰਨਣ ਲਈ ਕਿਸਮਤ ਹੋਣੀ ਚਾਹੀਦੀ ਹੈ, ਚੰਗੇ ਭਾਗ ਹੋਣੇ ਚਾਹੀਦੇ ਆ। ਚੰਗੇ ਭਾਗ ਨਾ ਹੋਣ, ਬੰਦਾ ਗੱਲ ਤੇ ਸੁਣ ਲੈਂਦਾ ਤੇ ਸੁਣ ਕੇ ਹਿਰਦੇ 'ਚ ਥਾਂ ਹੀ ਨਹੀਂ ਬਣਦੀ ਉਸ ਗੱਲ ਦੀ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ ਪਿਆਰਿਓ, ਜਿਸ ਮਨੁੱਖ ਦੇ ਚੰਗੇ ਭਾਗ ਨੇ ਨਾ, ਜਿਹਦੀ ਕਿਸਮਤ ਚੰਗੀ ਹੈ, ਹਾਂਜੀ, ਮਮ ਪਦ ਕੋ ਪ੍ਰਾਪਤ ਭਲੇ, ਤਿਆਗਹਿ ਸਕਲ ਕਲੇਸ਼। ਉਹ ਇਹ ਉਪਦੇਸ਼ ਮੰਨੇਗਾ, ਉਹ ਇਹ ਸ਼ਬਦ ਮੰਨੇਗਾ ਤੇ ਫਿਰ ਮਮ ਪਦ ਕੋ ਪ੍ਰਾਪਤ ਭਲੇ, ਉਹ ਮੇਰੀ ਕੋਲ ਆ ਜਾਏਗਾ। ਮਹਾਰਾਜ ਕਹਿੰਦੇ ਮੇਰੀ ਪਦਵੀ ਨੂੰ ਪ੍ਰਾਪਤ ਕਰ ਲਏਗਾ। ਜੋ ਮਹਾਰਾਜ ਜੀ ਦੇ ਅੰਤਰ ਦੀ ਅਵਸਥਾ ਨਾ ਜੀ, ਉਸ ਪਿਆਰੇ ਨੂੰ ਵੀ ਪ੍ਰਾਪਤ ਹੋ ਜਾਏਗੀ ਜੀ। ਤੇ ਤਿਆਗਹਿ ਸਕਲ ਕਲੇਸ਼, ਮਹਾਰਾਜ ਕਹਿੰਦੇ ਉਹਦੇ ਸਾਰੇ ਕਲੇਸ਼ ਹੀ ਛੁੱਟ ਜਾਣੇ ਜੀ। ਹਾਂਜੀ, ਹੁਣ ਬੰਦਾ ਕੁਝ ਨਾ ਕਰੇ ਜੀ, ਰੱਬ ਦਾ ਨਾਮ ਅਰਾਧਨ ਲੱਗ ਪਵੇ ਜੀ।
ਆਖੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਬਸ ਇਹਦੇ ਤੇ ਲੱਗ ਜੀਏ ਜੀ ਤੇ ਵੇਖਿਓ ਸਭ ਕੁਝ ਹੀ ਠੀਕ ਹੋ ਜਾਣਾ ਜੀ, ਸਭ ਕੁਝ ਹੀ ਠੀਕ ਹੋ ਜਾਂਦਾ ਜੀ। ਹਾਂਜੀ। ਚੌਪਈ ਸਿੱਖ ਸੰਗਤ ਮੇਰੋ ਪਰਿਵਾਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ, ਭਾਈ ਪਿਆਰਿਓ ਇਹ ਜਿੰਨੀਆਂ ਸੰਗਤਾਂ ਨੇ ਸਾਰਾ ਹੀ ਮੇਰਾ ਪਰਿਵਾਰ ਹੈ। ਇਹ ਨਾ ਸੋਚੇ ਵੀ ਇਕੱਲੇ ਬਾਬਾ ਸੂਰਜਮਲ ਜੀ ਹੋਣੀ ਸਾਡਾ ਪਰਿਵਾਰ ਹੈ, ਗੁਰੂ ਤੇਗ ਬਹਾਦਰ ਸਾਹਿਬ ਹੀ ਸਾਡਾ ਪਰਿਵਾਰ ਹੈ। ਨਹੀਂ, ਸਾਰੀਆਂ ਸੰਗਤਾਂ ਹੀ ਸਾਡਾ ਪਰਿਵਾਰ ਨੇ, ਮਹਾਰਾਜ ਕਹਿਣ ਲੱਗੇ। ਹਾਂਜੀ। ਕਰਹੋ ਆਨੰਦ ਮੰਗਲਾਚਾਰੂ। ਮਹਾਰਾਜ ਕਹਿੰਦੇ ਸਾਡੇ ਪਿੱਛੋਂ ਸਾਰੇ ਆਨੰਦ ਮੰਗਲ ਕਰਿਓ, ਪਰਮੇਸ਼ਰ ਦਾ ਨਾਮ ਜਪਿਓ। ਪਠੋ ਸ਼ਬਦ ਸਿਮਰੋ ਸਤਨਾਮੂ। ਤੇ ਬਾਣੀ ਦੇ ਸ਼ਬਦ ਜ਼ਰੂਰ ਪੜ੍ਹਨੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਵੇਖੋ ਦੋਵੇਂ ਗੱਲਾਂ ਮਹਾਰਾਜ ਨੇ ਕਹੀਆਂ। ਗੁਰੂ ਜੀ ਦੀਆਂ ਗੱਲਾਂ ਬੜੇ ਬੜੇ ਸ਼ੰਕੇ ਕੱਢ ਦਿੰਦੀਆਂ। ਕਈ ਪ੍ਰੇਮੀ ਕਹਿੰਦੇ ਨਿਰਾ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ, ਕਈ ਬਾਣੀ ਪੜਨ ਤੇ ਜ਼ੋਰ ਦੇ ਦਿੰਦੇ ਜੀ। ਪਠੋ ਸ਼ਬਦ, ਸ਼ਬਦ ਵੀ ਪੜ੍ਹਨੇ ਆ, ਬਾਣੀ ਵੀ ਪੜੋ ਤੇ ਵਾਹਿਗੁਰੂ ਦਾ ਨਾਮ ਵੀ ਜਪੋ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਵੀ ਕਰੋ। ਚੇਤਾ ਰੱਖਿਓ ਤੁਹਾਨੂੰ ਕਥਾ ਸੁਣ ਕੇ ਓਨੀ ਸ਼ਾਂਤੀ ਨਹੀਂ ਆਏਗੀ, ਜੇ ਸੁਰਤ ਜੁੜ ਜੇ ਤੇ ਨਾਮ ਜਪਣ ਚ ਜ਼ਿਆਦਾ ਸ਼ਾਂਤੀ ਆਏਗੀ ਜੀ। ਬੰਦਾ ਜਪੇ ਤੇ ਸਹੀ। ਹਾਂਜੀ। ਮੈਂ ਗਮਨੋ ਅਬ ਆਪਣੇ ਧਾਮੂ। ਮਹਾਰਾਜ ਕਹਿੰਦੇ ਹੁਣ ਅਸੀਂ ਆਪਣੇ ਧਾਮ ਚ ਚੱਲੇ ਆ, ਜਿੱਥੇ ਸਾਡਾ ਨਿੱਜ ਸਥਾਨ ਹੈ ਅਸੀਂ ਉੱਥੇ ਚਲੇ ਜਾਣਾ। ਹਾਂਜੀ। ਕਰਹੋ ਨਾ ਸ਼ੋਕ ਓਕ ਮਹਿ ਕੋਈ। ਬਾਅਦ ਵਿੱਚ ਘਰ ਵਿੱਚ ਕੋਈ ਸ਼ੋਕ ਨਾ ਕਰੇ, ਉੱਚੀ ਉੱਚੀ ਬੈਰਾਗ ਨਾ ਕਰੇ। ਥਿਰਿਯਹ ਗੁਰੂ ਪਰਾਇਨ ਹੋਈ। ਬਸ ਗੁਰੂ ਚਰਨਾਂ ਦਾ ਆਸਰਾ ਹਿਰਦੇ 'ਚ ਰੱਖਣਾ ਤੇ ਟਿਕ ਜਾਣਾ। ਮਹਾਰਾਜ ਕਹਿਣ ਲੱਗੇ ਸ਼ਾਂਤੀ ਰੱਖਣੀ ਹੈ, ਪ੍ਰੇਮ ਰੱਖਣਾ ਹੈ। ਸੰਗਤ ਜੀ, ਸਤਿਗੁਰੂ ਜੀ ਸਰੀਰ ਤਿਆਗਣ ਲੱਗੇ ਹਨ। ਮਹਾਰਾਜ ਨੇ ਕੋਈ ਵੀ ਗੱਲ ਲੁਕਾਈ ਨਹੀਂ ਸਿੱਖਾਂ ਕੋਲੋਂ ਜੀ, ਤੇ ਕੋਈ ਦਾਤ ਨਹੀਂ ਲੁਕਾਈ ਤੇ ਕੋਈ ਗੱਲ ਨਹੀਂ ਲੁਕਾਈ। ਸਭ ਕੁਝ ਵੰਡਿਆ ਤੇ ਸਭ ਕੁਝ ਦੱਸਿਆ ਜੀ। ਸੋ ਪਿਆਰੋ ਜੋ ਕਹਿਓ ਕਮਾਵੇ। ਹਾਂ, ਬਾਕੀ ਮਹਾਰਾਜ ਕਹਿੰਦੇ ਸਾਨੂੰ ਸਭ ਤੋਂ ਵੱਧ ਪਿਆਰਾ ਉਹ ਹੈ ਜੋ ਅਸੀਂ ਕਿਹਾ ਉਹਨੂੰ ਮੰਨੇ ਵੀ ਨਹੀਂ। ਸਭ ਤੋਂ ਵੱਧ ਪਿਆਰਾ ਉਹ ਹੈ ਜੋ ਅਸੀਂ ਕਿਹਾ ਉਹਨੂੰ ਮੰਨੇ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ। ਅੰਤ ਸਮੇਂ ਮਮ ਪਦ ਕੋ ਪਾਵੇ। ਵੇਖੋ ਸੰਤਾਂ ਮਹਾਂਪੁਰਖਾਂ ਦੇ ਚੇਲੇ ਬਹੁਤ ਨੇ, ਪਰ ਮਹਾਂਪੁਰਖ ਕਹਿੰਦੇ ਨਾਮ ਜਪੋ। ਇਹ ਤੇ ਲੋਕੀ ਬੜਾ ਦੱਸਦੇ ਵੀ ਮੇਰਾ ਮਹਾਂਪੁਰਖਾਂ ਨਾਲ ਬੜਾ ਪਿਆਰ ਹੈ, ਸੰਤ ਮੇਰੀ ਗੱਲ ਬੜੀ ਮੰਨਦੇ ਆ, ਤੇ ਨਾਮ ਕੋਈ ਇੱਕ ਅੱਧਾ ਹੀ ਜਪਦਾ ਜੀ। ਮਹਾਰਾਜ ਕਹਿੰਦੇ ਜਿਹੜਾ ਸਾਡੀ ਗੱਲ ਮੰਨੇਗਾ ਨਾ, ਅੰਤਮ ਸਮੇਂ ਉਹ ਸਾਡੇ ਵਿੱਚ ਹੀ ਆ ਮਿਲੇਗਾ। ਤੇ ਹੁੰਦਾ ਐਸਾ। ਹਾਂਜੀ। ਸਦਾ ਸਨੇਹ ਕਰੈ ਗੁਰਬਾਣੀ। ਫਿਰ ਸਦਾ ਗੁਰਬਾਣੀ ਨਾਲ ਪ੍ਰੇਮ ਕਰਨਾ, ਗੁਰਬਾਣੀ ਨਾਲ ਪ੍ਰੇਮ ਕਰਨਾ। ਗੁਰਬਾਣੀ ਤੁਹਾਡੇ ਅੰਦਰ ਨੂੰ ਸੁੱਖ ਦੇਵੇਗੀ। ਪਠਨ ਸੁਨਨ ਤੇ ਆਨੰਦ ਠਾਨੀ। ਬਾਣੀ ਨੂੰ ਪੜਨ ਨਾਲ ਸੁਣਨ ਨਾਲ ਤੁਹਾਨੂੰ ਬਹੁਤ ਆਨੰਦ ਮਿਲੇਗਾ, ਬਹੁਤ ਜ਼ਿਆਦਾ ਆਨੰਦ ਮਿਲੇਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ ਜੀ। ਸਤਨਾਮ ਸਿਮਰੋ ਰੰਗ ਰਾਤੇ। ਮਹਾਰਾਜ ਕਹਿੰਦੇ ਐ ਰੰਗ 'ਚ ਰੰਗੇ ਜਾਓ ਜਦੋਂ ਸਿਮਰਨ ਕਰਦੇ ਹੋ। ਸੰਗਤ ਜੀ ਹੁਣ ਸਾਡੇ ਵਰਗਾ ਤੇ ਘੜੀ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਹੈ, ਤੇ ਘੜੀ 'ਚ ਵੀ ਧਿਆਨ ਰੱਖਣਾ ਨਹੀਂ ਵੀ ਟਾਈਮ ਨਹੀਂ ਹੋਇਆ, ਭੋਗ ਦਾ ਟਾਈਮ ਨਹੀਂ ਹੋਇਆ। ਰੰਗ ਰਾਤੇ, ਰੰਗ ਦਾ ਅਰਥ ਹੁੰਦਾ ਪ੍ਰੇਮ। ਪ੍ਰੇਮ ਦੇ ਰੰਗ 'ਚ ਰੰਗੇ ਜਾਓ ਤੇ ਫਿਰ ਨਾਮ ਜਪੋ। ਮਹਾਰਾਜ ਕਹਿੰਦੇ ਭਾਵ ਪ੍ਰੇਮ ਦੇ ਰੰਗ 'ਚ ਰੰਗੇ ਜਾ ਕੇ ਨਾਮ ਜਪੋ। ਵਾਹਿਗੁਰੂ 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 ਜਪੋ। ਤੁਹਾਨੂੰ ਟਾਈਮ ਦਾ ਧਿਆਨ ਹੀ ਨਾ ਰਵੇ ਜੀ। ਮਹਾਰਾਜ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ, ਤੇ ਮੈਂ ਇੱਕ ਸਿੱਖ ਦਾ ਜ਼ਿਕਰ ਕਰ ਦਿੰਦਾ, ਫਿਰ ਆਪਾਂ ਅੱਗੇ ਕਥਾ ਵੀ ਵਿਚਾਰਨੀ ਹੈ।
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਫੌਜ 'ਚ ਜਦੋਂ ਸਨ ਨਾ, ਤੇ ਫੌਜ ਦਾ ਗੁਰਦੁਆਰਾ ਸੀ, ਤੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਨ ਭਾਈ ਜੋਧ ਸਿੰਘ ਜੀ। ਉਹ ਜਦੋਂ ਭਾਈ ਜੋਧ ਸਿੰਘ ਜੀ ਨੂੰ ਵੇਖਣਾ ਨਾ ਮਹਾਂਪੁਰਖਾਂ ਨੇ, ਬਾਬਾ ਅਤਰ ਸਿੰਘ ਜੀ ਨੇ, ਨੌਜਵਾਨ ਸਨ, ਤੇ ਭਾਈ ਜੋਧ ਸਿੰਘ ਜੀ ਨੇ ਬੜੇ ਜੁੜ ਕੇ ਨਾਮ ਜਪਣਾ, ਤੇ ਕਿੰਨਾ ਕਿੰਨਾ ਚਿਰ ਅੱਖਾਂ ਹੀ ਨਹੀਂ ਖੋਲਣੀਆਂ ਜੀ, ਲੰਮਾ ਲੰਮਾ ਸਮਾਂ ਅੱਖਾਂ ਨਾ ਖੋਲਣੀਆਂ, ਜੁਟੇ ਰਹਿਣਾ, ਜੁਟੇ ਰਹਿਣਾ, ਲੱਗੇ ਰਹਿਣਾ, ਲੱਗੇ ਰਹਿਣਾ। ਤੇ ਫਿਰ ਪੁੱਛਣਾ, ਬਾਬਾ ਅਤਰ ਸਿੰਘ ਜੀ ਨੇ ਵੇਖ ਕੇ ਵੀ ਤੁਸੀਂ ਇੰਨਾ ਲੰਮਾ ਸਮਾਂ ਅੱਖਾਂ ਬੰਦ ਕਰਕੇ ਕੀ ਕਰਦੇ ਹੋ? ਤੇ ਭਾਈ ਜੋਧ ਸਿੰਘ ਕਹਿੰਦੇ, ਮੈਂ ਇੰਨਾ ਲੰਮਾ ਸਮਾਂ ਅੱਖਾਂ ਬੰਦ ਕਰਕੇ ਆਪਣੇ ਦੇਸ਼ ਚਲੇ ਜਾਣਾ। ਆਖੋ ਵਾਹਿਗੁਰੂ। ਆਪਣੇ ਦੇਸ਼ ਚਲਣਾ। ਕਹਿੰਦੇ ਕਿਹੜੇ ਦੇਸ਼ ਜਾਂਦੇ? ਕਹਿੰਦੇ ਬੇਗਮਪੁਰੇ ਜਾਣਾ, ਬੇਗਮਪੁਰੇ। ਕਹਿੰਦੇ ਮੈਂ ਵੇਖਿਆ ਤੁਸੀਂ ਇੰਨਾ ਲੰਮਾ ਸਮਾਂ ਬਹਿੰਦੇ, ਤੁਹਾਡੇ ਚਿਹਰੇ ਤੇ ਕੋਈ ਥਕਾਨ ਨਹੀਂ, ਆਨੰਦ ਵੱਧ ਜਾਂਦਾ ਹੈ, ਮੈਂ ਵੀ ਜਾਣਾ ਆਪਣੇ ਦੇਸ਼। ਤੇ ਫਿਰ ਉਹਨਾਂ ਮਹਾਂਪੁਰਖਾਂ ਨੇ ਨਾਮ ਜਪਣ ਦੀ ਵਿਧੀ ਦੱਸੀ, ਤੇ ਫਿਰ ਸੰਤ ਲੱਗੇ ਜੀ। ਜਦੋਂ ਨਾਮ ਜਪਣ ਬੈਠਣਾ, ਤੇ ਫਿਰ ਸੰਗਤ ਜੀ ਐ ਰੰਗ 'ਚ, ਪ੍ਰੇਮ 'ਚ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਿਆਰ 'ਚ ਰੰਗੇ ਜਾਓ ਜਦੋਂ ਨਾਮ ਜਪਣਾ ਤੁਸਾਂ। ਹਾਂਜੀ, ਦਿਨ ਪ੍ਰਤ ਪ੍ਰੇਮ ਅਧਿਕ ਮਨ ਮਾਤੇ। ਫਿਰ ਦਿਨੋਂ ਦਿਨ ਪ੍ਰੇਮ ਵਧੇ। ਆਪਾਂ ਵੇਖ ਲਈਏ, ਬਾਣੀ ਪੜ੍ਹਦੇ ਆ, ਦਿਨੋਂ ਦਿਨ ਪ੍ਰੇਮ ਵੱਧਦਾ ਕਿ ਘਟਦਾ ਜੀ? ਹਾਂਜੀ, ਪਿਆਰ ਵੱਧ ਰਿਹਾ ਜਾਂ ਘਟ ਰਿਹਾ ਜੀ? ਮਹਾਰਾਜ ਕਹਿੰਦੇ ਦਿਨੋਂ ਦਿਨ ਪ੍ਰੇਮ ਵਧੇ ਤੁਹਾਡਾ। ਹਾਂਜੀ, ਇਮ ਸਤਿਗੁਰ ਕਹਿ ਕੈ ਉਪਦੇਸ਼। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਜੀ। ਸਭ ਕੋ ਧੀਰਜ ਦੀਨ ਵਿਸ਼ੇਸ਼। ਤੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਧੀਰਜ ਬਖਸ਼ਿਸ਼ ਕੀਤਾ। ਆਖਿਆ ਨਾ ਭਾਈ ਨਾ, ਸਾਡੇ ਪਿੱਛੋਂ ਬੈਰਾਗ ਨਹੀਂ ਕਰਨਾ ਕਿਸੇ ਨੇ। ਬਚਨ ਪਤਾਲਪੁਰੀ ਜਹ ਕਰਿਓ। ਹਾਂਜੀ, ਕੋਠਾ ਸੁੰਦਰ ਤਹਾਂ ਸੁਧਰਿਓ। ਹੁਣ ਮਹਾਰਾਜ ਨੇ ਕਿਰਪਾ ਕੀਤੀ, ਪਤਾਲਪੁਰੀ ਅਸਥਾਨ ਮਹਾਰਾਜ ਨੇ ਬਣਵਾਇਆ ਸੀ। ਉੱਥੇ ਇੱਕ ਕੋਠਾ ਬਣਵਾਇਆ ਸੀ, ਕਮਰਾ ਬਣਵਾਇਆ ਸੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਚੰਦਨ ਸੰਗ ਲੀਪ ਬੋਠਾਨਾ। ਆਪ ਮਹਾਰਾਜ ਨੇ ਤਿਆਰੀ ਕਰਵਾਈ ਸੀ ਵੀ ਕਿਹੋ ਜਿਹਾ ਬਣਵਾਉਣਾ ਜੀ। ਉਹ ਜਿਹੜਾ ਕੋਠਾ ਸਾਹਿਬ ਬਣਾਇਆ, ਉਹਨੂੰ ਚੰਦਨ ਦਾ ਲੇਪ ਕਰਵਾਇਆ ਸੀ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ, ਸਗਲ ਗੰਧ ਤੇ ਬਹੁ ਚਰਚਾਨਾ। ਹਰ ਪਾਸੇ ਸੁਗੰਧੀਆਂ ਦਾ ਛਿੜਕਾਓ ਕੀਤਾ ਹੋਇਆ ਸੀਗਾ ਜੀ। ਹਾਂਜੀ, ਕੁੰਕਮ ਅਰ ਘਨਸਾਨ ਮਿਲਾਏ। ਸਗਰੀ ਕੰਧਨ ਕੋ ਮਹਿਕਾਏ। ਕੇਸਰ, ਕੁੰਕਮ, ਕਪੂਰ, ਇਹ ਸਭ ਕੁਝ ਨਾ ਜੀ ਕੰਧਾਂ ਦੇ ਉੱਤੇ ਛਿੜਕਿਆ ਹੋਇਆ ਹੈਗਾ ਜੀ, ਤਾਂ ਕਿ ਖੁਸ਼ਬੂ ਆਵੇ ਜੀ। ਜਿੱਥੇ ਬੈਠਣਾ ਉਥੋਂ ਦਾ ਵਾਤਾਵਰਣ ਸ਼ੁੱਧ ਹੋਣਾ ਚਾਹੀਦਾ ਜੀ। ਹਾਂਜੀ, ਫੂਲ ਸੁਗੰਧਤ ਰਚਤ ਬਸਾਲਾ। ਫਿਰ ਉੱਥੇ ਫੁੱਲਾਂ ਦੇ ਹਾਰ ਵੀ ਮਹਾਰਾਜ ਨੇ ਲਵਾਏ ਸਨ। ਹਾਂਜੀ, ਲਰਕਾਰੀ ਚਾਰੋਂ ਦਿਸ਼ ਮਹਲਾ। ਚਾਰੇ ਪਾਸੇ ਆਖਿਆ ਸੀ ਵੀ ਫੁੱਲ ਲਾ ਦਿਓ ਉਸ ਕੋਠਾ ਸਾਹਿਬ ਦੇ ਅੰਦਰ। ਬਹੁ ਪਵਿੱਤਰਤਾ ਕਰੀ ਬਨਾਏ। ਬੜਾ ਪਵਿੱਤਰਤਾਈ ਨਾਲ, ਬੜੀ ਸੁੱਚ ਮਰਿਆਦਾ ਦੇ ਨਾਲ ਸਤਿਗੁਰੂ ਜੀ ਨੇ ਆਪ ਉਹ ਅਸਥਾਨ ਬਣਵਾਇਆ ਜੀ। ਹਾਂਜੀ, ਪੁੰਨ ਸਗਰੇ ਮਹਿ ਕੁਸ਼ਾ ਡਸਾਏ। ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਅਸਥਾਨ ਤੇ ਨਾ ਆਸਣ ਵੀ ਲਵਾਇਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਆਸਣ ਵੀ ਲਵਾਇਆ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਮ੍ਰਿਦੁਲ ਬਿਸ਼ੋਨਾ ਭਲੇ ਕਰਾਇਓ। ਤੇ ਬਹੁਤ ਐ ਮੁਲਾਇਮ ਆਸਣ ਮਹਾਰਾਜ ਨੇ ਉੱਥੇ ਲਵਾਇਆ ਜੀ। ਹਾਂਜੀ, ਘ੍ਰਿਤ ਕੋ ਦੀਪਕ ਅਧਿਕ ਜਗਾਇਓ। ਤੇ ਦੇਸੀ ਘਿਓ ਦੇ ਦੀਵੇ ਜਗਵਾਏ ਜੀ ਉੱਥੇ। ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਸੰਗਤ ਜੀ, ਜੋ ਗੁਰੂ ਸਾਹਿਬ ਨੇ ਕੀਤਾ ਉਹ ਜ਼ਰੂਰੀ ਸੀਗਾ ਜੀ। ਹੁਣ ਕਿਤੇ ਜੋਤ ਬਲ ਰਹੀ ਹੋਵੇ ਤੇ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਸਮਝਦੀ, ਉਹ ਬੇਸਮਝੀ ਵਿੱਚ ਕਿੰਤੂ ਪਰੰਤੂ ਕਰੀ ਜਾਂਦੇ। ਮਹਾਰਾਜ ਨੇ ਦੇਸੀ ਘਿਓ ਦੇ ਦੀਵੇ ਜਗਵਾਏ ਜੀ ਉੱਥੇ।
ਹਾਂਜੀ। ਤਬ ਸਤਿਗੁਰ ਵਿੱਚ ਸੰਗਤ ਸਾਰੀ, ਫਿਰ ਮਹਾਰਾਜ ਨੇ ਸਾਰੀ ਸੰਗਤ ਦੇ ਵਿੱਚ ਕਿਰਪਾ ਦ੍ਰਿਸ਼ਟ ਚਹੁ ਦਿਸ਼ ਪਰ ਡਾਰੀ। ਤੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਪਾਈ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਮੇਰ ਦੀ ਦ੍ਰਿਸ਼ਟੀ ਪਾਈ ਜੀ ਮਹਾਰਾਜ ਨੇ। ਹਾਂਜੀ। ਸਭ ਕੁਟੰਬ ਕੋ ਦੀਨ ਦਿਲਾਸਾ, ਸਾਰੇ ਪਰਿਵਾਰ ਨੂੰ ਵੀ ਦਿਲਾਸਾ ਦਿੱਤਾ, ਰਿਸ਼ਤੇਦਾਰਾਂ ਨੂੰ ਦਿਲਾਸਾ ਦਿੱਤਾ, ਸਿੱਖ ਸੰਗਤਾਂ ਨੂੰ ਦਿਲਾਸਾ ਦਿੱਤਾ। ਸ਼ੋਕ ਨਾ ਧਰੋ ਆਨੰਦ ਪ੍ਰਕਾਸ਼ਾ। ਮਹਾਰਾਜ ਕਹਿਣ ਲੱਗੇ ਵੀ ਸ਼ੋਕ ਨਹੀਂ ਕਰਨਾ, ਆਨੰਦ 'ਚ ਰਹਿਣਾ ਸਾਡੇ ਪਿੱਛੋਂ। ਕਿਉਂ? ਹੁਣ ਮਹਾਰਾਜ ਚੱਲੇ ਆ ਕੋਠਾ ਸਾਹਿਬ ਦੇ ਵਿੱਚ, ਤੇ ਮਾਫ ਕਰਿਓ ਪਿਆਰਿਓ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਗਤਾਂ ਦੇ ਨਾਲ ਇਹ ਅੰਤਮ ਹੀ ਬਚਨ ਸਨ ਜੀ। ਇਹਦੇ ਤੋਂ ਬਾਅਦ ਮੇਰੇ ਸਤਿਗੁਰੂ ਜੀ ਨੇ ਬਚਨ ਨਹੀਂ ਕੀਤਾ ਸੰਗਤਾਂ ਨਾਲ ਜੀ। ਸਿਰਫ ਇਹ ਮਰਿਆਦਾ ਸਮਝਾਉਣੀ ਹੈ ਥੋੜੀ ਜੀ। ਇਹ ਅੰਤਮ ਬਚਨ ਹੋ ਰਹੇ ਨੇ ਜਿਹੜੇ ਹੋ ਰਹੇ ਨੇ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਕਿਸੇ ਨੇ ਸ਼ੋਕ ਨਹੀਂ ਕਰਨਾ, ਬੈਰਾਗ ਨਹੀਂ ਕਰਨਾ। ਹਾਂਜੀ। ਚਹੁ ਦਿਸ਼ ਤੇ ਨਮਰੀ ਸਭ ਕੋਏ। ਹਰ ਪਾਸੇ ਸੰਗਤਾਂ ਬੈਰਾਗ ਦੀ ਅਵਸਥਾ ਨੂੰ ਆਪਣੇ ਅੰਦਰ ਸਾਂਭ ਕੇ ਤੇ ਨਿਮਰਤਾ 'ਚ ਸਿਰ ਝੁਕਾਏ ਸੰਗਤਾਂ ਨੇ। ਕੋਸ਼ਟ ਵਿਖੈ ਪ੍ਰਵੇਸ਼ਨ ਹੋਏ। ਤੇ ਗਰੀਬ ਨਵਾਜ ਨਾ ਫਿਰ ਆਪ ਉਸ ਕੋਠੇ ਦੇ ਅੰਦਰ ਪ੍ਰਵੇਸ਼ ਕਰ ਗਏ, ਉਸ ਚੁਬਾਰੇ ਦੇ ਅੰਦਰ ਪ੍ਰਵੇਸ਼ ਕਰ ਗਏ ਗੁਰੂ ਹਰਗੋਬਿੰਦ ਸਾਹਿਬ। ਜੋਧਰੋ ਸਾਹਿਬ ਭਾਣਾ ਨੇਰੇ। ਰਾਏ ਜੋਧ ਸੱਚੇ ਪਾਤਸ਼ਾਹ ਜੀ ਦੇ ਨੇੜੇ ਸੀਗੇ, ਬਾਰ-ਬਾਰ ਖਲੋਤੇ ਆ। ਤੇ ਬਾਬਾ ਭਾਨਾ ਸਾਹਿਬ ਜੀ ਉਹ ਲਾਗੇ ਹਨ। 300 ਹੁਕਮ ਕਰਿਓ ਤਿਸ ਬੇਰੇ। ਸਤਿਗੁਰੂ ਜੀ ਨੇ ਫਿਰ ਉਸ ਸਮੇਂ ਰਾਏ ਜੋਧ ਨੂੰ ਤੇ ਬਾਬਾ ਭਾਨਾ ਜੀ ਨੂੰ ਹੁਕਮ ਕੀਤਾ। ਸਪਤ ਦਿਵਸ ਮਹਿ ਸ਼੍ਰੀ ਹਰ ਰਾਏ। ਮਹਾਰਾਜ ਕਹਿਣ ਲੱਗੇ ਅੱਜ ਤੋਂ 7ਵੇਂ ਦਿਨ, ਅੱਜ ਤੋਂ ਜਦੋਂ 7ਵਾਂ ਦਿਨ ਹੋਏਗਾ, ਕੋਸ਼ਟ ਕੋ ਦਰ ਖੁੱਲ੍ਹ ਆਏ। ਹਰ ਰਾਏ ਸਾਹਿਬ ਜੀ ਹੀ ਆ ਕੇ ਇਸ ਕੋਠੇ ਦਾ ਦਰਵਾਜ਼ਾ ਖੋਲਣਗੇ, ਇਸ ਚੁਬਾਰੇ ਦਾ ਦਰਵਾਜ਼ਾ ਖੋਲਣਗੇ। ਹੋਰ ਕਿਸੇ ਨੂੰ ਹੁਕਮ ਨਹੀਂ ਸੀ ਹੈਗਾ ਜੀ। ਹਾਂਜੀ। ਤਬ ਲੋ ਨਹਿ ਸਮੀਪ ਕੋ ਆਵੈ। ਭਾਈ ਉਹਨਾਂ ਚਿਰ ਤੱਕ ਕਿਸੇ ਨੇ ਵੀ ਇਸ ਚੁਬਾਰੇ ਦੇ ਨੇੜੇ ਨਹੀਂ ਆਉਣਾ। ਜੋਧਾ ਗਨ ਚਹੁ ਦਿਸ਼ ਥਿਰ ਥਾਵੈ। ਚਾਰੇ ਪਾਸੇ ਦੂਰ ਦੂਰ ਯੋਧੇ ਹੋਣ, ਸਾਵਧਾਨ ਹੋ ਕੇ ਸਿਪਾਹੀ ਖਲੋਣ, ਕੋਈ ਆ ਕੇ ਸ਼ਰਾਰਤ ਨਾ ਕਰੇ। ਹਾਂਜੀ। ਨਿਸ ਦਿਨ ਰਾਖੈ ਕਰ ਤਕਰਾਈ। ਇਹ ਸਿਪਾਹੀ ਪੂਰੀ ਸਖਤ ਤਗੜਾਈ ਰੱਖਣ, ਪਹਿਰੇਦਾਰੀ ਰੱਖਣ। ਕੀਰਤਨ ਕਰਹਿ ਸੁਨੋ ਮਨ ਲਾਈ। ਬਾਕੀ ਤੁਸੀਂ ਕੀਰਤਨ ਕਰੋ, ਗੁਰੂ ਕੇ ਕੀਰਤਨੀਏ ਕੀਰਤਨ ਕਰੋ, ਤੇ ਤੁਸੀਂ ਮਨ ਲਾ ਕੇ ਸੁਣੋ। ਬਾਬੇ ਭਾਨੇ ਨੂੰ ਤੇ ਰਾਏ ਜੋਧ ਨੂੰ ਮਹਾਰਾਜ ਨੇ ਕਿਹਾ ਵੀ 7ਵੇਂ ਦਿਨ ਆ ਕੇ ਹਰ ਰਾਏ ਜੀ ਦਰਵਾਜ਼ਾ ਖੋਲ ਲੈਣ। ਇਮ ਕਹਿ ਕੋਸ਼ਟ ਮਹਿ ਬਰ ਗਏ। ਇਹ ਕਹਿ ਕੇ ਸੱਚੇ ਪਾਤਸ਼ਾਹ ਜੀ ਆਪ ਉਸ ਕੋਠਾ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਹੋ ਗਏ। ਤੇ ਪਿਆਰਿਓ, ਮੁੱਖ ਰਾਹੀਂ ਤੁਰਦਿਆਂ ਫਿਰਦਿਆਂ ਬੋਲਦਿਆਂ ਚਾਲਦਿਆਂ ਇਹ ਗੁਰੂ ਜੀ ਦੇ ਅੰਤਮੀ ਦਰਸ਼ਨ ਸਨ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਇਹਦੇ ਤੋਂ ਬਾਅਦ ਸਤਿਗੁਰੂ ਜੀ ਨੇ ਉਵੇਂ ਨਹੀਂ ਫਿਰ ਦਰਸ਼ਨ ਦਿੱਤੇ ਜੀ। ਦਵਾਰ ਕਿਵਾਰ ਅਸੰਜਤ ਕੀਏ। ਅੰਦਰੋਂ ਦਰਵਾਜ਼ਾ ਬੰਦ ਕਰ ਲਿਆ 6ਵੇਂ ਪਾਤਸ਼ਾਹ ਜੀ ਨੇ ਜੀ। ਹਾਂਜੀ। ਸਾਂਕਰ ਲਾਏ ਕਰੇ ਦਿੜ ਸੋਏ। ਤੇ ਸਾਧ ਸੰਗਤ ਜੀ ਪੱਕੇ ਤੌਰ ਤੇ ਅੰਦਰੋਂ ਕੁੰਡੀ ਲਾ ਲਈ ਮਹਾਰਾਜ ਨੇ, ਆਪ ਅੰਦਰੋਂ ਕੁੰਡੀ ਲਾਈ ਮਹਾਰਾਜ ਨੇ। ਬੈਠੇ ਪ੍ਰਭੂ ਇਕਾਂਕੀ ਹੋਏ। ਤੇ ਪ੍ਰਭੂ ਪਰਮੇਸ਼ਰ 6ਵੇਂ ਪਾਤਸ਼ਾਹ ਵੱਡੇ ਯੋਧੇ ਦਲਾਂ ਨੂੰ ਭੰਡਣ ਵਾਲੇ ਸੂਰਮੇ ਸੱਚੇ ਪਾਤਸ਼ਾਹ ਆਪ ਉਸ ਕੋਠਾ ਸਾਹਿਬ ਦੇ ਅੰਦਰ ਇਕੱਲੇ ਹੀ ਇਕਾਂਤ ਹੋ ਕੇ ਬੈਠ ਗਏ ਜੀ। ਵੇਖੋ, ਗੁਰਤਾ ਗੱਦੀ ਮਿਲੀ ਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਦੇ ਅੰਦਰ ਮਹਾਰਾਜ ਉਦੋਂ 5ਵੇਂ ਪਾਤਸ਼ਾਹ ਦੇ ਲਾਗੇ ਇਕੱਲੇ ਹੀ ਸੀਗੇ, ਜਾਂ ਬਾਬਾ ਬੁੱਢਾ ਜੀ ਸੀਗੇ। ਉੱਥੇ ਹੀ ਹੁਣ ਮਹਾਰਾਜ ਨੇ ਸਰੀਰ ਤਿਆਗਣਾ ਜੀ। ਭਾਵ ਹੁਣ ਇੱਕ ਕੋਠਾ ਸਾਹਿਬ ਬਣਾਇਆ ਤੇ ਉੱਥੇ ਸਰੀਰ ਤਿਆਗਣਾ ਮਹਾਰਾਜ ਨੇ।
ਪਦਮਾਸਨ ਕਹੋ ਕਰ ਕੈ ਬੈਸੀ। ਤੇ ਪਦਮ ਆਸਣ ਲਾ ਕੇ ਛੇਵੇਂ ਪਾਤਸ਼ਾਹ ਬੈਠ ਕੇ, ਭਾਵ ਚੌਂਕੜਾ ਮਾਰ ਕੇ ਨਾ, ਚੌਂਕੜਾ ਮਾਰ ਕੇ ਪਦਮ ਆਸਣ ਲਾ ਕੇ ਸਤਿਗੁਰੂ ਜੀ ਬੈਠ ਗਏ ਜੀ। ਸਿੱਧ ਜੋਗ ਜੋਗੀ ਹੋਏ ਜੈਸੀ। ਜਿਵੇਂ ਕੋਈ ਬਹੁਤ ਵੱਡਾ ਸਿੱਧ ਹੋਵੇ, ਕੋਈ ਬੜਾ ਵੱਡਾ ਜੋਗੀ ਹੋਵੇ, ਤੇ ਪਦਮ ਆਸਣ ਲਾ ਕੇ ਐ ਚਰਨਾਂ ਦੀਆਂ ਤਲੀਆਂ ਉਤਾਨ ਹੁੰਦੀਆਂ ਜੀ, ਉਹਨੂੰ ਪਦਮ ਆਸਣ ਕਹਿੰਦੇ ਆ ਜੀ। ਹਾਂਜੀ। ਜਿਮ ਸ਼੍ਰੀ ਕ੍ਰਿਸ਼ਨ ਜਾਏ ਬਨ ਮਾਹੀ। ਹਾਂਜੀ। ਜਹਾਂ ਦੂਸਰੋ ਲਖੀਅਤ ਨਾਹੀ। ਕਹਿੰਦੇ ਕਈ ਵਾਰੀ ਕ੍ਰਿਸ਼ਨ ਜੀ ਉੱਥੇ ਚਲੇ ਜਾਂਦੇ ਸੀ, ਉਸ ਜੰਗਲ 'ਚ ਚਲ ਜਾਂਦੇ ਸੀਗੇ ਜਿੱਥੇ ਕੋਈ ਉਹਨਾਂ ਨੂੰ ਵੇਖ ਹੀ ਨਹੀਂ ਸਕਦਾ ਜੀ। ਹਾਂਜੀ। ਕਰ ਸਮਾਧ ਤਨ ਤਿਆਗ ਸਿਧਾਰੀ। ਐਵੇਂ ਮਹਾਰਾਜ ਉਸ ਸਾਧ ਸੰਗਤ ਜੀ ਕੋਠਾ ਸਾਹਿਬ 'ਚ ਬੈਠੇ ਰਹੇ ਤੇ ਮਹਾਰਾਜ ਉਹਨੇ ਦਿਨ ਕੋਈ ਅੰਨ ਨਹੀਂ, ਕੋਈ ਜਲ ਨਹੀਂ, ਇਕਾਂਤ ਬੈਠੇ ਰਹੇ ਜੀ। ਅੰਨ ਜਲ ਨਹੀਂ ਛਕਿਆ ਮਹਾਰਾਜ ਨੇ, ਨਾ ਅੰਨ ਨਾ ਜਲ, ਇਕਾਂਤ ਸਤਿਗੁਰੂ ਜੀ ਬੈਠੇ ਰਹੇ। ਸ੍ਰੀ ਹਰਗੋਬਿੰਦ ਤਿਸੀ ਪ੍ਰਕਾਰੇ। ਸਮਾਧੀ ਲਾ ਕੇ ਸੱਚੇ ਪਾਤਸ਼ਾਹ ਮਹਾਰਾਜ ਉਂਝ ਹੀ ਬੈਠੇ ਹਨ। ਹਾਂਜੀ। ਸਭ ਦਿਸ਼ ਤੇ ਮਨ ਰੋਕਨ ਕੀ। ਹਰ ਪਾਸਿਓਂ ਮਨ ਨੂੰ ਰੋਕ ਲਿਆ ਮੇਰੇ ਸਤਿਗੁਰੂ ਜੀ ਨੇ। ਇੰਦਰੈ ਗਨ ਸੰਕੋਚ ਕਰ ਲੀ। ਇੰਦਰੀਆਂ ਤੱਕ ਸੱਚੇ ਪਾਤਸ਼ਾਹ ਜੀ ਨੇ ਸੰਕੋਚ ਲਈਆਂ। ਆਤਮ ਰਸ ਮੈਂ ਥਿਰੈ ਗੁਸਾਈ। ਆਤਮ ਰਸ ਦੇ ਵਿੱਚ ਗੁਰੂ ਹਜੂਰ ਛੇਵੇਂ ਪਾਤਸ਼ਾਹ ਮਹਾਰਾਜ ਆਪ ਸੱਜ ਗਏ, ਟਿਕ ਗਏ। ਜਹਾਂ ਦ્વੈਤ ਕੋ ਲੇਸ਼ ਨਾ ਪਾਈ। ਜਿੱਥੇ ਨਾ ਦ્વੈਤ ਹੈ, ਨਾ ਪ੍ਰੇਮ ਹੈ, ਨਾ ਦੁਸ਼ਮਣੀ ਹੈ, ਨਾ ਮੋਹ ਹੈ, ਕੇਵਲ ਆਤਮ ਰਸ ਹੈ। ਮਹਾਰਾਜ ਉਸ ਅਵਸਥਾ ਵਿੱਚ ਟਿਕ ਗਏ। ਖਸ਼ਟ ਦਿਵਸ ਲੋ ਸਾਧ ਸਮਾਧ। 6 ਦਿਨ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਾਧੀ ਲਾਈ ਰੱਖੀ ਜੀ। 6 ਦਿਨ ਕੋਈ ਅੰਨ ਨਹੀਂ, ਕੋਈ ਜਲ ਨਹੀਂ। ਸਿੱਖ ਸੰਗਤਾਂ ਕੀਰਤਨ ਕਰਦੀਆਂ ਰਹੀਆਂ, ਸੁਣਦੀਆਂ ਰਹੀਆਂ, ਪਹਿਰੇਦਾਰ ਪਹਿਰਾ ਦਿੰਦੇ ਰਹੇ ਜੀ। ਹਾਂਜੀ। ਫਿਰੇ ਅਚਲ ਹੀ ਰੂਪ ਅਗਾਧ। 6 ਦਿਨ ਸੱਚੇ ਪਾਤਸ਼ਾਹ ਜੀ ਸਮਾਧੀ ਲਾ ਕੇ ਬੈਠੇ ਰਹੇ ਐ, ਐਨ ਪਰਮੇਸ਼ਰ ਦੇ ਵਿੱਚ ਧਿਆਨ ਟਿਕਾਇਆ। ਸਪਤਮ ਦਿਨ ਕੇ ਅੰਮ੍ਰਿਤ ਵੇਲੇ। ਤੇ ਜਦੋਂ 7ਵਾਂ ਦਿਨ ਚੜਿਆ ਨਾ ਪਿਆਰਿਓ, ਗੱਜ ਕੇ ਆਖੋ ਵਾਹਿਗੁਰੂ। 7ਵਾਂ ਦਿਨ ਚੜਿਆ, 7ਵੇਂ ਦਿਨ ਦੇ ਅੰਮ੍ਰਿਤ ਵੇਲੇ ਤਨ ਕੋ ਤਿਆਗਨ ਕੀਨ ਸੁਹੇਲੇ। ਮਹਾਰਾਜ ਪਦਮ ਆਸਣ ਲਾਇਆ, ਚੌਂਕੜਾ ਮਾਰਿਆ, ਲੰਮੇ ਨਹੀਂ ਪਏ। ਤੇ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਚੌਂਕੜੇ ਲਾਏ ਵਿੱਚ ਹੀ ਆਪਣਾ ਸਰੀਰ ਤਿਆਗ ਗਏ ਜੀ। ਵਾਹ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਸਰੀਰ ਤਿਆਗ ਗਏ। ਜੋਤੀ ਜੋਤ ਰਲੀ। ਜੋਤੀ ਜੋਤ ਰਲੀ। ਜੋਤੀ ਜੋਤ ਰਲੀ। ਜੋਤੀ ਜੋਤ ਰਲੀ। ਅੰਮ੍ਰਿਤ ਵੇਲੇ ਆਗਮਨ ਹੋਇਆ ਗੁਰੂ ਕੀ ਵਡਾਲੀ ਤੇ ਕੀਰਤਪੁਰ ਸਾਹਿਬ ਅੰਮ੍ਰਿਤ ਵੇਲੇ ਪਤਾਲਪੁਰੀ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸਹਿਜੇ ਸਰੀਰ ਤਿਆਗ ਗਏ ਜੀ। ਚੌਂਕੜੇ 'ਚ ਸਰੀਰ ਤਿਆਗਿਆ ਮਹਾਰਾਜ ਨੇ। ਹੁਣ ਕਰੋ ਹਾਂ ਗੁਣ ਗੁਰੂ ਜੀ ਦੇ ਚੇਤਾ। ਕਦੋਂ ਦੀ ਤੁਸੀਂ ਮਹਾਰਾਜ ਦੀ ਕਥਾ ਸੁਣ ਰਹੇ, ਮਹਾਰਾਜ ਦੀ ਕਿੰਨਾ ਲੰਮਾ ਸਮਾਂ ਹੋ ਗਿਆ ਸਤਿਗੁਰੂ ਜੀ ਦੀ ਕਥਾ ਸੁਣਦੇ ਆ। ਕਿਵੇਂ ਮਹਾਰਾਜ ਨੇ ਜਦੋਂ ਸਰੀਰ ਤਿਆਗਣਾ ਸੀ, ਪਰਿਵਾਰ ਦੇ ਇੱਕ ਵੀ ਜਿਹੜੀ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਨੇੜੇ ਨਹੀਂ ਰੱਖਿਆ, ਇੱਕ ਵੀ ਜੀ ਨੂੰ। 10 ਸਤਿਗੁਰਾਂ ਨੇ ਸਰੀਰ ਤਿਆਗੇ ਆ, ਪਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ ਨਾ ਪਿਆਰਿਓ, ਇਹ ਕਥਾ ਆਪਣੇ ਆਪ 'ਚ ਹੀ ਹੈ। ਇਹ ਆਪਣੇ ਆਪ 'ਚ ਕਥਾ ਹੈ। ਇਸ ਤਰ੍ਹਾਂ ਕਿਸੇ ਵੀ ਗੁਰੂ ਸਾਹਿਬ ਨੇ ਸਰੀਰ ਨਹੀਂ ਤਿਆਗਿਆ, ਕਿਸੇ ਵੀ ਗੁਰੂ ਸਾਹਿਬ ਨੇ। ਜਿਵੇਂ ਮਹਾਰਾਜ ਨੇ ਸਰੀਰ ਤਿਆਗਿਆ ਤੇ ਜਿਹੜੇ ਪਿਆਰ ਦੇ ਵਣਜਾਰੇ ਨੇ
ਜਿਹੜੇ ਰੋਜ਼ ਟਾਈਮ ਨਾਲ ਆ ਕੇ ਬੈਠਦੇ ਆ, ਕਥਾ ਸੁਣਦੇ ਆ। ਘਰਾਂ 'ਚ ਲੱਖਾਂ ਹੀ ਸੰਗਤਾਂ ਇੰਗਲੈਂਡ ਦੀ ਧਰਤੀ ਤੇ, ਇਟਲੀ ਦੀ ਧਰਤੀ ਤੇ, ਆਸਟ੍ਰੇਲੀਆ ਦੀ ਧਰਤੀ ਤੇ, ਪੂਰੇ ਯੂਰਪ ਦੀ ਧਰਤੀ ਤੇ ਸੁਣਦੀਆਂ। ਅੱਜ ਤੇ ਉਹਨਾਂ ਨੂੰ ਐਵੇਂ ਮਹਿਸੂਸ ਹੋਣਾ ਚਾਹੀਦਾ ਵੀ ਹੁਣ ਅਸੀਂ ਤਾਂ ਰੋਜ਼ ਹੀ ਮਹਾਰਾਜ ਦੇ ਦਰਸ਼ਨ ਕਰਦੇ ਹਾਂ। ਤੇ ਜਿਵੇਂ ਘਰ ਦਾ ਕੋਈ ਜੀ ਜਾਂਦਾ, ਸਪਤਮ ਦਿਨ ਕੇ ਅੰਮ੍ਰਿਤ ਵੇਲੇ, ਤਨ ਕੋ ਤਿਆਗਨ ਕੀਨ ਸੁਹੇਲੇ। ਸਹਿਜੇ ਹੀ ਮੇਰੇ ਸਤਿਗੁਰੂ ਜੀ ਨੇ, ਮੇਰੇ ਮਾਲਕ ਜੀ ਨੇ ਸਰੀਰ ਤਿਆਗ ਦਿੱਤਾ। ਕਿੰਨਾ ਆਨੰਦ ਵਰਤਾਇਆ ਮਹਾਰਾਜ ਨੇ। ਜਿੰਨੀ ਕਥਾ ਕੀਤੀ ਹੈ ਨਾ, ਇਹ ਬੜੀ ਥੋੜੀ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਸਾਰੀ ਕਥਾ ਨਹੀਂ ਹੋ ਸਕਦੀ। ਜੇ ਕੋਈ ਕਹੇ ਵੀ ਅਸੀਂ ਮਹਾਰਾਜ ਦੀ ਸਾਰੀ ਕਥਾ ਕਰ ਲਈ ਹੈ, ਲੱਖਾਂ ਗਿਆਨੀ, ਲੱਖਾਂ ਗਿਆਨੀ ਲੱਖਾਂ ਹੀ ਜਨਮ ਧਾਰ ਲੈਣ, ਸਤਿਗੁਰੂ ਜੀ ਦੀ ਸਾਰੀ ਕਥਾ ਨਹੀਂ ਕਰ ਸਕਦੇ। ਨਹੀਂ ਕਰ, ਗੁਰੂ ਦੀ ਕਥਾ ਬਹੁਤ ਵੱਡੀ ਹੈ। ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਹੁਣ ਅਸੀਂ ਕਥਾ ਸੁਣਦੇ ਹਾਂ। ਕਥਾ ਸੁਣਨ ਵਾਲਿਆਂ ਦੇ ਹਿਰਦੇ 'ਚ ਵੈਰਾਗ ਪੈਦਾ ਹੋ ਜਾਂਦਾ ਹੈ ਜਦੋਂ ਇਹ ਸੁਣਿਆ ਵੀ ਮੇਰੇ ਸਤਿਗੁਰੂ ਸਰੀਰ ਤਿਆਗ ਗਏ ਹੈ। ਤੇ ਮਾਂ ਨਾਨਕੀ, ਮਾਂ ਮਰਵਾਹੀ, ਬਾਬਾ ਗੁਰਦਿੱਤਾ ਵਾਹਿਗੁਰੂ, ਬਾਬਾ ਸੂਰਜਮਲ ਜੀ, ਬੀਬੀ ਵੀਰੋ ਜੀ, ਉੱਥੇ ਜਿੰਨੇ ਸਿੱਖ ਨੇ ਉਹਨਾਂ ਦੇ ਹਿਰਦੇ 'ਚ ਕੀ ਕੀ ਅੰਦਰ ਆਇਆ ਹੋਏਗਾ ਜੀ। ਸੰਗਤਾਂ ਦਾ ਤੇ ਆਸਰਾ ਹੀ ਗੁਰਦੇਵ ਹਨ, ਸੱਚੇ ਪਾਤਸ਼ਾਹ ਹਨ। ਪਰ ਹੁਣ ਆਪਾਂ ਇੱਥੇ ਮਹਾਰਾਜ ਦਾ ਬਚਨ ਚੇਤੇ ਕਰਨਾ। ਮਹਾਰਾਜ ਨੇ ਕਿਹਾ ਸੀ, ਸਿੱਖੋ ਸ਼ਬਦ ਦੀ ਕਮਾਈ ਕਰੋ, ਬਾਣੀ ਪੜ੍ਹਿਓ ਤੇ ਨਾਮ ਜਪਿਓ। ਜਿਹੜਾ ਸ਼ਬਦ ਦੀ ਕਮਾਈ ਕਰੇਗਾ ਉਹ ਮੇਰੇ ਵਿੱਚ ਹੀ ਆ ਕੇ ਮਿਲ ਜਾਏਗਾ। ਉਹ ਮੇਰਾ ਹੀ ਰੂਪ ਹੋ ਜਾਏਗਾ। ਹਾਂਜੀ। ਲਾਏ ਕੰਧ ਕੇ ਸੰਗ ਪਿਸ਼ਾਰੀ। ਮਹਾਰਾਜ ਸਤਿਗੁਰੂ ਪਦਮ ਆਸਣ ਦੇ ਵਿੱਚ ਬੈਠੇ ਆ ਤੇ ਢੋ ਕੰਧ ਦੇ ਨਾਲ ਲਾਈ ਹੈ। ਹੁਣ ਉਹ ਸਰੀਰ ਹੀ ਰਹਿ ਗਿਆ, ਸਤਿਗੁਰੂ ਜੀ ਦਾ ਸਰੀਰ ਰਹਿ ਗਿਆ ਤੇ ਸਰੀਰ ਦੀ ਢੋ ਲੱਗੀ ਹੈ। ਹਾਂਜੀ। ਬੈਠੇ ਰਹੇ ਪ੍ਰਭੂ ਤਿਸ ਬਾਰੀ। ਕਹਿੰਦੇ ਮਹਾਰਾਜ ਦਾ ਸਰੀਰ ਫਿਰ ਐ ਬੈਠਾ ਹੀ ਰਿਹਾ, ਅਡੋਲ ਹੀ ਰਿਹਾ। ਨਹੀਂ ਤੇ ਜਦੋਂ ਕੋਈ ਸਰੀਰ ਤਿਆਗ ਦਵੇ ਨਾ ਤੇ ਚੌਂਕੜੀ ਵੱਜੀ ਹੋਵੇ ਤੇ ਸਰੀਰ ਡਿੱਗ ਵੀ ਜਾਂਦਾ ਜੇ। ਤੇ ਕੰਧ ਨਾਲ ਢੋ ਲਾਈ ਹੈ ਤੇ ਮਹਾਰਾਜ ਸਤਿਗੁਰੂ ਅਡੋਲ ਹੀ ਬੈਠੇ ਰਹੇ ਆ। ਹਾਂਜੀ। ਦੋਹਰਾ ਵਹਿਰ ਖਰੇ ਜੋ ਧਾਰ ਹੈ, ਨਿਸ ਦਿਨ ਮਹਿ ਸਮੁਦਾਏ। 6 ਦਿਨ ਹੋ ਗਏ ਸੀ, 7ਵਾਂ ਦਿਨ ਚੜ੍ਹਿਆ। 6 ਦਿਨਾਂ ਤੋਂ ਸਿਪਾਹੀ ਉੱਥੇ ਬੈਠੇ ਖਲੋਤੇ ਰਹਿੰਦੇ ਹੁੰਦੇ ਸੀਗੇ, ਪਹਿਰੇ ਤੇ ਸਾਵਧਾਨ ਰਹਿੰਦੇ ਸਨ। ਹਾਂਜੀ। ਚੌਹਾਂ ਦਿਸ਼ ਭਜਨ ਅਖੰਡ ਹੋਇ, ਸ਼ਬਦ ਰਾਗ ਜੁਤ ਗਾਏ। ਚਾਰੇ ਪਾਸੇ ਰਾਗ ਵਿੱਚ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ, ਬਾਣੀ ਪੜ੍ਹਦੇ, ਨਾਮ ਜਪਦੇ ਸਨ।
ਚੌਪਈ ਚਹੁ ਦਿਸ਼ ਕੋਠਨ ਕੇ ਪਰਵਾਰੇ, ਹਾਂਜੀ। ਚਹੁ ਦਿਸ਼ ਕੋਸ਼ਟ ਕੇ ਪਰਵਾਰੇ, ਭਈ ਸੰਗਤਾਂ ਆਨ ਹਜ਼ਾਰੇ। ਪਿਆਰਿਓ 7ਵਾਂ ਦਿਨ ਚੜਿਆ। ਪਤਾ ਸੀ ਮਹਾਰਾਜ ਨੇ 7ਵੇਂ ਦਿਨ ਦਾ ਹੁਕਮ ਕੀਤਾ। ਰਾਤ ਤੋਂ ਹੀ ਆ ਕੇ ਸੰਗਤਾਂ ਉੱਥੇ ਬੈਠ ਗਈਆਂ ਸਨ। ਪਤਾ ਸੀ ਮਹਾਰਾਜ ਨੇ ਹੁਕਮ ਕੀਤਾ 7ਵੇਂ ਦਿਨ ਦਰਵਾਜ਼ਾ ਖੋਲਣਾ। ਪਤਾ ਨਹੀਂ ਕੀ ਬਣੇਗਾ। ਸੋ ਅੰਮ੍ਰਿਤ ਵੇਲਾ ਹੋਇਆ ਤੇ ਹਜ਼ਾਰਾਂ ਹੀ ਸੰਗਤਾਂ ਆਲੇ ਦੁਆਲੇ ਆ ਕੇ ਬੈਠ ਗਈਆਂ। ਭਾਉ ਸਭਨ ਕੇ ਭਇਓ ਬਿਸਾਲਾ। ਸਾਰਿਆਂ ਦੇ ਹਿਰਦੇ 'ਚ ਬੜੀ ਸ਼ਰਧਾ ਹੈ, ਬੜੀ ਭਾਵਨਾ ਹੈ। ਸਿਮਰਹਿ ਸਤਿਗੁਰ ਪ੍ਰਭੂ ਕਿਰਪਾਲਾ। ਪ੍ਰਭੂ ਕਿਰਪਾਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤਾਂ ਯਾਦ ਕਰਦੀਆਂ ਵੀ ਮਹਾਰਾਜ ਦਾ ਹੁਕਮ ਸੀਗਾ 7ਵੇਂ ਦਿਨ ਦਰਵਾਜ਼ਾ ਖੋਲ੍ਹਣ ਦਾ। ਹਾਂਜੀ। ਗੁਰ ਆਗਮਨ ਸੁਰਨ ਸੁਧ ਪਾਈ। ਸੰਗਤਾਂ ਬਾਹਰ ਬੈਠੀਆਂ। ਕਹਿੰਦੇ ਜਦੋਂ ਮਹਾਰਾਜ ਅੰਮ੍ਰਿਤ ਵੇਲੇ ਸਰੀਰ ਤਿਆਗਿਆ, ਸਾਰਾ ਅਸਮਾਨ ਲਾਲ ਰੰਗ ਦਾ ਹੋ ਗਿਆ ਸੀਗਾ, ਲਾਲ ਰੰਗ ਦਾ। ਹੁਣ ਮਹਾਰਾਜ ਤੇ ਸਰੀਰ ਚੋਂ ਨਿਕਲ ਗਏ ਹਨ, ਸਰੀਰ ਤਿਆਗ ਦਿੱਤਾ। ਆਤਮਾ ਦਾ ਸਫ਼ਰ ਸੁਣੋ। ਜਦੋਂ ਮਹਾਰਾਜ ਦੇ ਆਉਣ ਦੀ ਖਬਰ ਦੇਵਤਿਆਂ ਨੇ ਸੁਣੀ, ਬ੍ਰਹਮਾਦਿਕ ਮਨ ਮੋਦ ਵਡਾਈ। ਥੱਲੇ ਸੰਗਤਾਂ ਦੇ ਅੰਦਰ ਤੇ ਬੈਰਾਗ ਹੈ ਹੀ ਆ। ਚਲੋ ਅਸੀਂ ਤੇ ਕਥਾ 'ਚ ਪੜ੍ਹ ਸੁਣ ਲਿਆ ਵੀ ਸਰੀਰ ਤਿਆਗਤਾ। ਅਜੇ ਬਾਹਰ ਸੰਗਤਾਂ ਨੂੰ ਨਹੀਂ ਸੀ ਪਤਾ, ਪਰ ਮਹਾਰਾਜ ਸਰੀਰ ਤਿਆਗ ਗਏ। ਬ੍ਰਹਮਾ ਜੀ ਤੇ ਹੋਰ ਸਭ ਦੇਵਤਿਆਂ ਅੰਦਰ ਚਾਓ ਵਧਿਆ, ਖੁਸ਼ੀ ਵਧੀ। ਹਾਂਜੀ। ਗੀਰਬਾਨ ਸਭ ਚੜੇ ਬਿਬਾਨ। ਕਿਉਂ ਸਾਰੇ ਫਿਰ ਦੇਵਤੇ ਆਪੋ ਆਪਣੇ ਬਿਬਾਨਾਂ ਤੇ ਚੜ ਗਏ। ਸਾਰਿਆਂ ਨੇ ਮਹਾਰਾਜ ਨੂੰ ਸੱਚਖੰਡ ਤੱਕ ਲੈ ਕੇ ਜਾਣਾ ਹੈ। ਤੂਰਨ ਆਏ ਥਿਰੇ ਅਸਮਾਨ। ਤੁਰੰਤ ਹੀ ਸਾਰੇ ਦੇਵਤੇ ਕੀਰਤਪੁਰ ਸਾਹਿਬ ਉੱਪਰ ਆਕਾਸ਼ ਵਿੱਚ ਆ ਗਏ। ਸਾਧ ਸੰਗਤ ਜੀ ਜਿਨ੍ਹਾਂ ਦੇ ਨੇਤਰ ਨੇ ਦਿਵ ਦ੍ਰਿਸ਼ਟੀ ਹੈ, ਉਹ ਵੇਖ ਸਕਦੇ, ਦੂਜੇ ਨਹੀਂ ਵੇਖ ਸਕਦੇ। ਹਾਂਜੀ। ਕਮਲਾਸਨ ਆਰੂੜ ਮਰਾਲਾ। ਬ੍ਰਹਮਾ ਜੀ ਕਹਿੰਦੇ ਐ ਉਹ ਹੰਸ ਦੀ ਸਵਾਰੀ ਕਰਕੇ ਆਏ ਹਨ। ਚੰਦਰ ਚੂੜ ਚੜ ਬ੍ਰਿਖ ਵਿਸਾਲਾ। ਕਹਿੰਦੇ ਸ਼ਿਵ ਜੀ ਵੀ ਆਏ, ਉਹ ਬਲਦ ਦੇ ਉੱਤੇ ਚੜ ਕੇ ਆਏ 6ਵੇਂ ਪਾਤਸ਼ਾਹ ਜੀ ਦਾ ਸਵਾਗਤ ਕਰਨ ਲਈ। ਹੈ ਸਭ ਜਗ ਭਇਓ ਜੈ 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 ਸੁਰਲੋਕ। ਹਾਂਜੀ। ਲੈ ਕਰ ਆਪਣੇ ਗਨ ਸਮੁਦਾਇਆ। ਸਾਰੇ ਆਪੋ ਆਪਣੇ ਸੇਵਕਾਂ ਨੂੰ ਵੀ ਲੈ ਕੇ ਆਏ। ਸ਼ਿਵ ਜੀ ਆਪਣੇ ਗਣਾਂ ਨੂੰ ਲੈ ਕੇ ਆਏ, ਬ੍ਰਹਮਾ ਜੀ ਆਪਣੇ ਸੇਵਕਾਂ ਨੂੰ ਲੈ ਕੇ ਆਏ। ਆਵਤ ਭੇ ਜੈ ਸ਼ਬਦ ਅਲਾਇਆ। ਤੇ ਸਾਰੇ ਦੇਵਤੇ ਸਤਿਗੁਰੂ ਦੀ ਜੈ ਜੈਕਾਰ ਕਰਦੇ। ਗੁਰੂ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ, ਗੁਰ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ, ਗੁਰੂ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ, ਗੁਰੂ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ, ਜੈ ਹੋਵੇ ਤੁਹਾਡੀ ਜੈ ਹੋਵੇ, ਗੁਰੂ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ, ਗੁਰੂ ਹਰਗੋਬਿੰਦ ਜੀ ਤੁਹਾਡੀ ਜੈ ਹੋਵੇ। ਆਵਤ ਭੇ ਜੈ ਸ਼ਬਦ ਅਲਾਇਆ। ਦੇਵਤੇ ਜੈ ਜੈਕਾਰਾਂ ਕਰਦੇ ਹੋਏ ਆ ਰਹੇ ਹਨ। ਤਥਾ ਪਾਕ ਸਾਸਨ ਚਲ ਆਇਓ। ਤੇ ਉਸੇ ਤਰ੍ਹਾਂ ਇੰਦਰ ਦੇਵਤਾ ਵੀ ਆਪ ਦੀ ਸਭਾ ਸਮੇਤ ਆਇਆ ਜੀ। ਵਾਯੂ ਬੰਨੀ ਆਨੰਦ ਉਪਾਇਓ। ਵਾਯੂ ਬਨ ਕੇ ਐ ਹਵਾ ਵਾਲਾ ਦੇਵਤਾ ਜਿੰਨੇ ਦੇਵਤੇ ਨੇ ਸਾਰੇ ਆਏ। ਦਵਾਦਸ਼ ਦਿਨ ਕਰ ਮੂਰਤ ਧਰੀ। ਹਾਂਜੀ। ਆਏ ਨਿਸਾਪਤ ਥਿਰਤਾ ਕਰੀ। ਕਹਿਣ ਲੱਗੇ ਉਹ ਤਾਂ ਸਾਰੇ
ਮਾਨੋ ਰਾਤ ਦੇ ਹੀ ਆ ਕੇ ਉੱਥੇ ਖਲੋਤੇ ਸੀਗੇ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਵੇਰੇ ਆਤਮਾ ਦਾ ਸਫ਼ਰ ਹੈ, ਸੱਚਖੰਡ ਜਾਣਾ ਹੈ, ਮਹਾਰਾਜ ਨੇ ਵਿਬਾਨ 'ਚ ਸੱਜਣਾ ਹੈ, ਅਸੀਂ ਵੀ ਸਤਿਗੁਰਾਂ ਦੇ ਵਿਬਾਨ ਨੂੰ ਮੋਢਾ ਦੇਵਾਂਗੇ। ਜਿਵੇਂ ਹਰਿਮੰਦਰ ਸਾਹਿਬ ਪਾਲਕੀ ਸਾਹਿਬ ਨੂੰ ਮੋਢਾ ਦੇਣ ਲਈ ਸੰਗਤਾਂ ਤਰਸਦੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਮਾਲਕ ਸੱਚੇ ਪਾਤਸ਼ਾਹ ਨੇ ਵਿਬਾਨ 'ਚ ਸੱਜਣਾ ਹੈ, ਅਸੀਂ ਵੀ ਮੋਢਾ ਲਾਵਾਂਗੇ। ਪੌਣ 49 ਰੁਦਰ ਇਕਾਦਸ਼ 49 ਪੌਣ 11 ਸ਼ਿਵ ਜੀ, ਬ੍ਰਿੰਦ ਅਪਸਰਾ ਨਾਚਤ ਹਸ ਹਸ। ਬਹੁਤ ਸਾਰੀਆਂ ਅਪਛਰਾਵਾਂ ਮਹਾਰਾਜ ਜੀ ਦੇ ਵਿਬਾਨ ਦੇ ਅੱਗੇ ਹੱਸ ਹੱਸ ਕੇ ਨੱਚ ਰਹੀਆਂ ਹਨ। ਵਿਦਿਆ ਧਰ ਕਿੰਨਰ ਚਲ ਆਏ, ਬੜੇ ਬੜੇ ਵਿਦਿਆ ਧਾਰ ਕਿੰਨਰ ਜਿਹੜੇ ਹਨ ਉਹ ਵੀ ਚੱਲ ਕੇ ਆਏ। ਗੋਰਖ ਆਦ ਸਿੱਧ ਸਮੁਦਾਏ, 84 ਸਿੱਧ ਜਿਨ੍ਹਾਂ ਦਾ ਗੁਰੂ ਗੋਰਖਨਾਥ ਹੈ ਉਹ ਵੀ ਸਾਰੇ ਗੁਪਤ ਰੂਪ ਵਿੱਚ ਚੱਲ ਕੇ ਆਏ। ਕਰਤ ਮੰਗਲਾਚਾਰ ਬਿਲੰਦੈ, ਸਾਰੇ ਮੰਗਲਾਚਾਰ ਕਰ ਰਹੇ ਹਨ, ਖੁਸ਼ੀਆਂ ਮਨਾ ਰਹੇ ਹਨ। ਗੁਰ ਪਰਲੋਕ ਹੋਏ ਮਿਲਤ ਆਨੰਦ। ਮਹਾਰਾਜ ਜੀ ਦੇ ਦਰਸ਼ਨ ਕਰਾਂਗੇ, ਸੱਚੇ ਪਾਤਸ਼ਾਹ ਜੀ ਦੇ, ਇਹ ਭਾਵ ਸਾਰਿਆਂ ਦੇ ਮਨਾਂ ਵਿੱਚ ਹੈ। ਜੈ ਜੈਕਾਰ ਸਕਲ ਹੀ ਕਰਤੇ, ਸਾਰੇ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰ ਰਹੇ ਹਨ। ਹਿਤ ਪੂਜਨ ਸਾਮਗਰੀ ਧਰਤੇ, ਤੇ ਪੂਜਾ ਕਰਨ ਵਾਸਤੇ ਸਾਧ ਸੰਗਤ ਜੀ ਸਮੱਗਰੀ ਵੀ ਲੈ ਕੇ ਆਏ ਹਨ। ਹਾਂਜੀ, ਇਤਨੇ ਮਹਿ ਇੱਕ ਮਹਾ ਬਿਬਾਨ। ਦੁਨੀਆ ਦੇਵਤਿਆਂ ਦੀ ਪੂਜਾ ਕਰਦੀ ਹੈ, ਦੇਵਤੇ ਗੁਰੂ ਹਰਗੋਬਿੰਦ ਸਾਹਿਬ ਦੀ ਪੂਜਾ ਕਰਨ ਦੇ ਹੈ। ਇੰਨੇ ਚਿਰ ਨੂੰ ਬਹੁਤ ਵੱਡਾ ਇੱਕ ਵਿਬਾਨ ਆਇਆ, ਆਇਓ ਜਗਮਗ ਕਰਤ ਮਹਾਨ। ਜਿਹੜਾ ਜਗਮਗ ਕਰ ਰਿਹਾ ਉਹ ਵਿਬਾਨ ਸਾਧ ਸੰਗਤ ਜੀ ਆਇਆ। ਮੁਕਤਾ ਕੀ ਝਾਲਰ ਲੜਕੰਤੀ, ਬੜੇ ਸੁੱਚੇ ਮੋਤੀਆਂ ਦੀਆਂ ਝਾਲਰਾਂ ਲੜੀਆਂ ਉਹਨੂੰ ਲੱਗੀਆਂ ਹਨ। ਮਣ ਗਣ ਜੋਤ ਅਧਿਕ ਚਮਕੰਤੀ, ਬੜੀਆਂ ਬੜੀਆਂ ਮਣੀਆਂ ਉਸ ਵਿਬਾਨ ਵਿੱਚ ਲੱਗੀਆਂ ਤੇ ਉਹ ਮਣੀਆਂ ਦੇ ਨਾਲ ਸਜਿਆ ਹੋਇਆ ਹੈ। ਸਿੰਚਨ ਕੀਨ ਸੁਗੰਧ ਮਹਾਨੀ, ਬੜੀ ਸੁਗੰਧੀ ਉਸ ਵਿਬਾਨ ਦੇ ਲਾਗੋਂ ਆ ਰਹੀ ਹੈ। ਮੁਦਿਤ ਨਾਸਕਾ ਜਿਹ ਤ੍ਰਿਪਤਾਨੀ, ਕਹਿਣ ਲੱਗੇ ਐ ਨੱਕ ਐ ਰੱਜ ਜਾਂਦਾ ਸੁਗੰਧੀ ਦੇ ਨਾਲ ਉਸ ਵਿਬਾਨ ਦੇ ਲਾਗੇ ਜਾ ਕੇ। ਪੁਤਲੀ ਚਮਰ ਝੁਲਾਵਹਿ ਖਰੀ, ਤੇ ਸਾਧ ਸੰਗਤ ਜੀ ਪੁਤਲੀਆਂ ਖੜੀਆਂ ਹੋ ਕੇ ਚੌਰ ਕਰ ਰਹੀਆਂ ਹਨ ਉਸ ਵਿਬਾਨ ਦੇ ਉੱਤੇ। ਦੀਪਕ ਗਨਮਣ ਦੀਪਤ ਖਰੀ, ਬੜੇ ਸੋਹਣੇ ਸੋਹਣੇ ਉਸ ਵਿਬਾਨ ਦੇ ਸਾਧ ਸੰਗਤ ਜੀ ਦ੍ਰਿਸ਼ ਹਨ। ਹਾਂਜੀ, ਤਿਸ ਪਰ ਸਤਿਗੁਰ ਭਏ ਅਰੋਹਨ। ਧੰਨ ਮਹਾਰਾਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਰੀਰ ਤਿਆਗਿਆ, ਸੂਖਸ਼ਮ ਰੂਪ ਸੱਚੇ ਪਾਤਸ਼ਾਹ ਜੀ ਦਾ ਮਹਾਰਾਜ ਉਸ ਵਿਬਾਨ ਵਿੱਚ ਆ ਕੇ ਸੱਜੇ ਜੀ। ਹਾਂਜੀ, ਸ਼ੋਭਾ ਅਧਿਕ ਵਧੀ ਮਨ ਮੋਹਨ, ਬੜੀ ਸ਼ੋਭਾ ਵਧੀ ਮਹਾਰਾਜ ਜੀ ਦੀ। ਹਾਂਜੀ, ਸਿੰਘਾਸਨ ਇੱਕ ਹੁਤੋ ਡਸਾਇਓ, ਹਾਂਜੀ, ਆਸਤਰਨ ਸੁੰਦਰ ਬਰਛਾਇਓ। ਹਾਂਜੀ, ਦੀਰਘ ਸੁੰਦਰ ਹੈ ਉਪਧਾਨ, ਹਾਂਜੀ, ਬੈਠੇ ਤਿਸ ਪਰ ਜਾਏ ਸੁਜਾਨ। ਵਿਬਾਨ ਸਜਿਆ, ਸਿੰਘਾਸਨ ਲੱਗਾ, ਸਰਾਣੇ ਲੱਗੇ ਐ। ਛੇਵੇਂ ਪਾਤਸ਼ਾਹ ਦਲ ਪੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੱਡ ਜੋਦਾ ਬਹੁ ਪਰ ਉਪਕਾਰੀ, ਵੱਡ ਜੋਦਾ ਬਹੁ ਪਰ ਉਪਕਾਰੀ। ਮਹਾਰਾਜ ਉਸ ਆਸਣ ਉੱਤੇ ਆ ਕੇ ਸੱਜੇ ਹਨ। ਕਮਲ ਆਸਨ ਹੋਏ ਪੂਰਬ ਨੇਰੇ, ਤੇ ਸਭ ਤੋਂ ਪਹਿਲਾਂ ਫਿਰ ਉਸ ਆਸਣ ਦੇ ਲਾਗੇ ਵੱਡਾ ਦੇਵਤਾ ਗਿਆ ਜੀ। ਵੱਡਾ ਦੇਵਤਾ ਬ੍ਰਹਮਾ ਜੀ ਨੂੰ ਮੰਨਿਆ ਗਿਆ ਜੀ। ਹਾਂਜੀ, ਕੁਸਮਾਂਜੁਲ ਕੋ ਸ਼ੋਰ ਕਨੇਰੇ, ਬੁੱਕ ਭਰ ਕੇ ਉਹਨੇ ਫੁੱਲਾਂ ਦਾ ਲਿਆ, ਸੱਚੇ ਪਾਤਸ਼ਾਹ ਜੀ ਦੇ ਸੂਖਸ਼ਮ ਸਰੀਰ ਉੱਤੇ ਪਾਇਆ। ਛੇਵੇਂ ਪਾਤਸ਼ਾਹ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜੀ ਉਹਨੇ ਜੀ। ਕਲਪ ਬ੍ਰਿਸ਼ ਕੀ ਫੁੱਲਨ ਮਾਲਾ, ਕਲਪ ਬ੍ਰਿਛ ਦੇ ਫੁੱਲਾਂ ਦਾ ਹਾਰ ਲੈ ਕੇ ਪਹਿਰਾਈ ਕਰ ਪ੍ਰੇਮ ਵਿਸਾਲਾ। ਤੇ ਬ੍ਰਹਮਾ ਦੇਵਤਾ ਜੀ ਨੇ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲ ਚ ਪਾਈ ਜੀ।
ਹਾਂਜੀ, ਤਿਮ ਚੰਦਨ ਚਰਚਿਓ ਚਹੂ ਔਰ, ਚੰਦਨ ਦਾ ਛਿੜਕਾਓ ਕੀਤਾ ਸੱਚੇ ਪਾਤਸ਼ਾਹ ਜੀ ਦੇ ਲਾਗੇ। ਸੁਰਗਨ ਆਏ ਮਿਲੇ ਕਰ ਜੋਰ, ਜਿੰਨੇ ਦੇਵਤੇ ਹਨ ਇੱਕ ਨਹੀਂ ਕੋਟਿਕ ਬਿਸ਼ਨ ਮਹੇਸ਼, ਜਿੰਨੇ ਦੇਵਤੇ ਹਨ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜਨ ਲੱਗੇ ਜੀ, ਮੱਥੇ ਟੇਕਣ ਲੱਗੇ। ਹੈ ਸਭ ਜਗ ਭਇਓ ਜੈ 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 ਸੁਰ ਲੋਕ। ਸੁਰ ਲੋਕ ਦੀ ਗੱਲ ਦਸਵੇਂ ਪਾਤਸ਼ਾਹ ਕਰ ਰਹੇ ਆ। ਇਹ ਆਪਣਾ ਇੱਕ ਲੋਕ ਹੈ, ਇਥੋਂ ਦੀ ਆਪਣੀ ਸੋਭਾ ਹੈ ਸੁਰ ਲੋਕ ਦੀ। ਹਾਂਜੀ, ਗਾਵਤ ਨਾਚਤ ਬਿਭੂਦ ਬਤੂਟੀ, ਮਹਾਰਾਜ ਜੀ ਦੀਆਂ ਸਿਫਤਾਂ ਦੇ ਗੀਤ ਗਾਉਂਦੇ ਹੋਏ ਭਰ ਭਰ ਬਹੁ ਕੁਸਮਾਂਜੁਲ ਛੂਟੀ। ਤੇ ਸਾਧ ਸੰਗਤ ਜੀ ਦੇਵੀਆਂ ਵੀ ਆਈਆਂ ਤੇ ਫਿਰ ਉਹਨਾਂ ਨੇ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ। ਦੀਪਕ ਬਾਰ ਥਾਰ ਮੈਂ ਧਰੇ, ਥਾਲ ਦੇ ਵਿੱਚ ਦੀਵੇ ਬਾਲ ਕੇ ਰੱਖੇ ਬਾਰ ਬਾਰ ਦਿਖ ਰਾਵਨ ਕਰੇ। ਤੇ ਸਾਧ ਸੰਗਤ ਜੀ ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਆਰਤੀ ਕਰਨ ਲੱਗੇ ਜੀ। ਬਹੁਤ ਕੁਝ ਦੇਵਤਿਆਂ ਨੇ ਕੀਤਾ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਕੋ ਪ੍ਰਸਥਾਨਾ, ਹੇਰਤ ਨਭ ਕੋ ਸਭ ਨਰ ਜਾਨਾ। ਫਿਰ ਇੱਕਦਮ ਆਕਾਸ਼ ਲਾਲ ਹੋਇਆ, ਮਹਾਰਾਜ ਜੀ ਦਾ ਵਿਬਾਨ ਚੱਲਿਆ। ਕਮਾਈ ਵਾਲੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਸਰੀਰ ਤਿਆਗ ਗਏ ਹਨ। ਸੂਖਸ਼ਮ ਸਰੀਰ ਸੱਚੇ ਪਾਤਸ਼ਾਹ ਜੀ ਦਾ ਮਹਾਰਾਜ ਜੀ ਦਾ ਵਿਬਾਨ ਚ ਛੱਡ ਕੇ ਜਾ ਚੁੱਕਿਆ ਹੈ। ਵੇਖੋ ਗਣਕਾ ਬਾਰੇ ਭਾਈ ਗੁਰਦਾਸ ਜੀ ਲਿਖਦੇ, ਗਈ ਬੈਕੁੰਠ ਵਿਬਾਨ ਚੜ, ਬੈਕੁੰਠਾਂ ਨੂੰ ਗਈ ਵਿਬਾਨ ਤੇ ਚੜ ਕੇ। ਤੇ ਗਣਕਾ ਨੇ ਤੇ ਨਾਮ ਹੀ ਜਪਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਖੁਦ ਮਾਲਕ ਨੇ। ਹਾਂਜੀ, ਅਰੁਣ ਬਰੁਣ ਅਸਮਾਨ ਮਹਾਨਾ, ਐ ਆਸਮਾਨ ਲਾਲ ਰੰਗ ਦਾ ਹੋ ਗਿਆ। ਭਇਓ ਬਿਮਾਨਨ ਤੇ ਪਹਿਚਾਨਾ। ਕਮਾਈ ਵਾਲੇ ਦਿਵ ਦ੍ਰਿਸ਼ਟੀ ਵਾਲੇ ਗੁਰਸਿੱਖ ਵੀ ਉੱਥੇ ਬੈਠੇ, ਬਾਬੇ ਸੁੰਦਰ ਬਾਬੇ ਪਰਮਾਨੰਦ ਜੀ ਵਰਗੇ। ਉਹਨਾਂ ਪਛਾਣ ਲਿਆ ਵੀ ਮਹਾਰਾਜ ਜੀ ਦਾ ਵਿਬਾਨ ਜਿਹੜਾ ਹੈ ਉਹ ਚਲੇ ਗਿਆ ਹੈ। ਜੈ ਜੈ ਉੱਚੇ ਨਾਦ ਬਖਾਨਾ, ਦੇਵਤਿਆਂ ਦੀ ਪੁਰੀ ਵਿੱਚ ਜੈ ਜੈਕਾਰਾਂ ਹੋ ਰਹੀਆਂ ਹਨ। ਸਿਮਰਹਿ ਸਤਨਾਮ ਸੁਖਵਾਨਾ। ਉਹ ਵੀ ਮਹਾਰਾਜ ਜੀ ਦੇ ਆਉਣ ਨਾਲ ਸਤਨਾਮ ਵਾਹਿਗੁਰੂ। ਦੇਵਤੇ ਵੀ ਸਾਧ ਸੰਗਤ ਜੀ ਜਾਪ ਕਰ ਰਹੇ ਹਨ। ਚਲਹਿ ਚਮਰ ਚਾਰੋਂ ਦਿਸ਼ ਚਾਰੂ। ਮਹਾਰਾਜ ਜੀ ਨੂੰ ਚੌਰ ਸਾਹਿਬ ਕਰਦੇ ਹੋਏ ਦੇਵਤੇ ਜਿਹੜੇ ਆ ਨਾ, ਦੇਵਤੇ ਵੀ ਚੌਰ ਸਾਹਿਬ ਕਰ ਰਹੇ ਹਨ। ਕਿਸੇ ਦੇਵਤੇ ਨੇ ਵਿਬਾਨ ਨੂੰ ਮੋਢਾ ਲਾਇਆ, ਕੋਈ ਅੱਗੇ ਅੱਗੇ ਗੀਤ ਗਾ ਰਿਹਾ, ਕੋਈ ਫੁੱਲਾਂ ਦੀ ਵਰਖਾ ਕਰ ਰਿਹਾ, ਕੋਈ ਆਰਤੀ ਕਰ ਰਿਹਾ, ਕੋਈ ਚੌਰ ਸਾਹਿਬ ਕਰ ਰਿਹਾ। ਸੋ ਦੇਵਤੇ ਵੀ ਇਸ ਤਰ੍ਹਾਂ ਨਾਲ ਨਾਲ ਜਾ ਰਹੇ ਹਨ। ਅਨੇਕ ਪ੍ਰਕਾਰ ਉਚਿਤ ਮਹਿਕਾਰੂ। ਤੇ ਬੜਾ ਸਾਧ ਸੰਗਤ ਜੀ ਸੁਗੰਧੀਆਂ ਛਿੜਕਦੇ ਹੋਏ ਜਾ ਰਹੇ ਹਨ। ਸੋ ਜਿੱਥੋਂ ਜਿੱਥੋਂ ਤੱਕ ਜਿਸ ਜਿਸ ਦੇਵਤੇ ਦੀ ਪਹੁੰਚ ਸੀ ਉੱਥੇ ਉੱਥੇ ਸਾਧ ਸੰਗਤ ਜੀ ਉਹਨੇ ਪਹੁੰਚਾਇਆ। ਆਗੇ ਸਤਿਗੁਰੂ ਏਕਲ ਗਏ, ਅੱਗੇ ਕੱਲਾ ਵਿਬਾਨ ਗਿਆ ਤੇ ਮਹਾਰਾਜ ਛੇਵੇਂ ਪਾਤਸ਼ਾਹ ਆਪ ਸੱਚਖੰਡ ਵਿਰਾਜ ਗਏ। ਸਾਧ ਸੰਗਤ ਜੀ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਦੇ ਕੇ। ਇਹ ਹੈ ਆਤਮਾ ਦੀ ਕਥਾ। ਪਿੱਛੋਂ ਸਰੀਰ ਨਾਲ ਕੀ ਬਣਦਾ ਹੈ ਉਹ ਕੱਲ ਨੂੰ ਪ੍ਰਸੰਗ ਸੁਣਾਂਗੇ। ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਦੀ ਮਾਫੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ